ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮਹਾਪੁਰਸ਼ ਭਗਤ ਪ੍ਰਹਿਲਾਦ ਜੀ, ਭਗਤ ਧਰੂ ਜੀ ਦਾ ਪ੍ਰਸੰਗ ਜੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨੂੰ ਸਰਵਣ ਕਰਵਾਇਆ ਹੈ, ਉਹ ਪਾਵਨ ਪ੍ਰਸੰਗ ਆਪ ਜੀ ਨੇ ਪਿਛਲੀ ਕਥਾ ਦੇ ਦੌਰਾਨ ਸਰਵਣ ਕੀਤੇ ਹਨ ਕਿ ਕਿਵੇਂ ਬਾਲ ਅਵਸਥਾ ਵਿੱਚ ਭਗਤ ਪ੍ਰਹਿਲਾਦ ਜੀ ਧਰੂ ਜੀ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲਿੱਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੱਡੋਂ ਲਿਕਾ ਮਾਂ ਪੁੱਛੈ, ਤੂੰ ਸਵਾਣੀ ਹੈ ਕਿ ਸਰਿਤਾ, ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਕਿ ਸੁਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਆਰਾਧੀਐ, ਜਿੰਦੂ ਹੋਈਐ ਪਤਤ ਪੁਨੀਤਾ। ਕਰਨ ਚੱਲਿਆ ਬਾਹਰ ਤਪ, ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਪਿੱਛੋਂ ਰਾਜੇ ਸੱਦਿਆ, ਵਿਚਲ ਰਾਜ ਕਰੋ ਨਿਤ ਨੀਤਾ, ਹਾਰ ਚਲੇ ਗੁਰਮੁਖ ਜਗ ਜੀਤਾ। ਮਹਾਰਾਜ ਭਗਤ ਧਰੂ ਜੀ ਨੇ ਬੜੀ ਭਾਰੀ ਬੰਦਗੀ ਕੀਤੀ, ਅਕਾਲ ਪੁਰਖ ਦੀ ਬੰਦਗੀ ਕਰਕੇ ਅਟਲ ਪਦਵੀ ਨੂੰ ਪ੍ਰਾਪਤ ਹੋਏ ਔਰ ਐਸੇ ਵਿਮਾਨ ਵਿੱਚ ਸਵਾਰ ਹੋ ਕੇ ਸਭ ਤੋਂ ਉੱਤਮ ਪਦਵੀ, ਜੋ ਸਭ ਤੋਂ ਉੱਚੀ ਪਦਵੀ ਹੈ, ਉਹ ਪਦਵੀ ਸਾਰਿਆਂ ਭਗਤਾਂ ਵਿੱਚੋਂ ਮਹਾਰਾਜ ਭਗਤ ਧਰੂ ਜੀ ਨੂੰ ਪ੍ਰਾਪਤ ਹੋਈ ਹੈ। ਇਹ ਸਾਰਾ ਪ੍ਰਸੰਗ ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨੂੰ ਸਰਵਣ ਕਰਵਾਇਆ, ਸੁਣ ਕੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਬੇਨਤੀ ਕਰ ਰਹੇ ਹਨ, ਆਓ ਗੁਰੂ ਕੀ ਸੰਗਤ ਜੀ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਈਏ। ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਮਰਦਾਨਾ ਕੈ ਚਿਤ ਚਾਈ। ਭਾਈ ਮਰਦਾਨਾ ਜੀ ਨੇ ਜਦੋਂ ਭਗਤ ਧਰੂ ਜੀ ਦਾ ਪ੍ਰਸੰਗ ਸਤਿਗੁਰੂ ਜੀ ਦੇ ਮੁਖਾਰਬਿੰਦ ਚੋਂ ਸਰਵਣ ਕੀਤਾ, ਸੁਣ ਕੇ ਭਾਈ ਸਾਹਿਬ ਦੇ ਮਨ 'ਚ ਇੱਛਾ ਹੋਈ, ਸ਼੍ਰੀ ਪ੍ਰਭ ਦਰਸ ਕਰੇ ਅਬ ਤਾਈ। ਮਹਾਰਾਜ ਜੀ ਜਿਸ ਮਹਾਂਪੁਰਸ਼ ਭਗਤ ਧਰੂ ਜੀ ਦਾ ਆਪ ਜੀ ਨੇ ਪ੍ਰਸੰਗ ਸਰਵਣ ਕਰਵਾਇਆ ਹੈ, ਆਪ ਜੀ ਕਿਰਪਾ ਕਰੋ, ਤੁਹਾਡੇ ਹੱਥ ਵੱਸ ਸਭ ਕੁਝ ਹੈ ਮਹਾਰਾਜ। ਜੇ ਆਪ ਜੀ ਤਰਸ ਕਰੋ ਤੇ ਭਗਤ ਧਰੂ ਜੀ ਦੇ ਦਰਸ਼ਨ ਕਰਾਓ। ਜਿੱਥੇ ਭਗਤ ਧਰੂ ਜੀ ਰਹਿੰਦੇ ਹਨ, ਜਿੱਥੇ ਉਹਨਾਂ ਦੀ ਪਦਵੀ ਹੈ, ਉਹਦੇ ਦਰਸ਼ਨ ਆਪ ਜੀ ਕਿਰਪਾ ਕਰਕੇ ਕਰਵਾਓ। ਜੈ ਕੋ ਰੁਚਰ ਚਰਿਤ ਤੁਮ ਪਾਖਾ। ਜਿਸ ਮਹਾਂਪੁਰਸ਼ ਭਗਤ ਧਰੂ ਜੀ ਦਾ ਬੜਾ ਸੁੰਦਰ ਚਰਿੱਤਰ ਪ੍ਰਸੰਗ ਆਪ ਜੀ ਨੇ ਸਾਨੂੰ ਸਰਵਣ ਕਰਵਾਇਆ ਹੈ, ਤੈਂ ਕੇ ਦੇਖਨ ਕੀ ਅਬਿਲਾਖਾ। ਉਹਨਾਂ ਦਾ ਪ੍ਰਸੰਗ ਸੁਣ ਕੇ, ਉਹਨਾਂ ਦੀ ਮਹਿਮਾ ਸੁਣ ਕੇ ਮਹਾਰਾਜ ਮੇਰੇ ਮਨ 'ਚ ਅਭਿਲਾਖਾ ਹੋਈ ਹੈ ਕਿ ਐਸੇ ਮਹਾਂਪੁਰਸ਼ ਭਗਤ ਧਰੂ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ। ਸ਼੍ਰੀ ਗੁਰ ਪਨੇ ਸੁਨੋ ਮਰਦਾਨਾ। ਸੁਣ ਕੇ ਭਾਈ ਮਰਦਾਨੇ ਦੀ ਬੇਨਤੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿਣ ਲੱਗੇ, ਸੁਣ ਮਰਦਾਨਿਆ, ਚਲੋ ਦਿਖਾਵੇਂ ਤੈਂ ਇਸ ਥਾਨਾ। ਜੇ ਤੇਰੀ ਇਹ ਇੱਛਾ ਹੈ, ਚੱਲ ਤੇਰੀ ਇੱਛਾ ਪੂਰੀ ਕਰੀਏ। ਚੱਲ ਤੈਨੂੰ ਉਹਦਾ ਸਥਾਨ ਜਿੱਥੇ ਭਗਤ ਧਰੂ ਜੀ ਵਸਦੇ ਨੇ, ਉਹ ਅਸਥਾਨ ਧਰੂ ਜੀ ਦਾ ਤੁਹਾਨੂੰ ਵਿਖਾਈਏ। ਅਸ ਕੈ ਗਮਨ ਕੀਓ ਤਤਕਾਲਾ। ਇਸ ਤਰ੍ਹਾਂ ਕਹਿ ਕੇ ਤਾਤਕਾਲ ਉਸੇ ਵਕਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਚੱਲ ਪਏ। ਧਰੁਵ ਮੰਡਲ ਮੈਂ ਗਏ ਕਿਰਪਾਲਾ। ਜਿਹੜਾ ਧਰੂ ਤਾਰਾ ਜਿਹਨੂੰ ਕਿਹਾ ਜਾਂਦਾ, ਸਭ ਤੋਂ ਉੱਚਾ ਤਾਰਾ ਕਿਹਾ ਜਾਂਦਾ, ਧਰੁਵ ਮੰਡਲ ਵੀ ਉਹਨੂੰ ਕਹਿ ਦਿੰਦੇ ਹਨ। ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਧਰੁਵ ਮੰਡਲ ਵਿੱਚ ਪਹੁੰਚੇ ਹਨ। ਦੋਹਰਾ ਫਿਰ ਤੋਹ ਤੋ ਧਰੁਵ ਥਾਨ ਨਿਜ, ਦੇਖ ਹਮਾਰੀ ਔਰ। ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ। ਕਹਿੰਦੇ, ਮਹਾਰਾਜ ਜਦੋਂ ਅਸੀਂ ਧਰੂ ਮੰਡਲ ਤੇ ਗਏ,
ਉੱਥੇ ਮਹਾਰਾਜ ਭਗਤ ਧਰੂ ਜੀ ਬਾਹਰ ਫਿਰ ਰਹੇ ਸਨ। ਉਹਨਾਂ ਨੇ ਸਾਡੇ ਵੱਲ ਵੇਖਿਆ। ਔਰ ਵਿਚਾਰ ਤ੍ਰੈ ਨਰ ਏਆ ਆਏ ਕਹਿ ਕੇ ਜੋਰ। ਹਿਰਦੇ 'ਚ ਵਿਚਾਰ ਕਰਕੇ ਮਹਾਰਾਜ ਭਗਤ ਧਰੂ ਜੀ ਸੋਚਦੇ ਐ ਕਿ ਇਹ ਜਿਹੜੇ ਤਿੰਨ ਨਰ ਨੇ ਇੱਥੇ ਆਏ, ਕਿਹਦੇ ਬਲ ਨਾਲ ਆ ਗਏ ਇੱਥੇ, ਕਿਹਦੇ ਜ਼ੋਰ ਨਾਲ, ਕਿਹਦੇ ਤਾਣ ਨਾਲ ਚੱਲ ਕੇ ਇੱਥੇ ਆ ਗਏ ਹਨ। ਚੌਪਈ ਪਹੁੰਚੇ ਤੈ ਸਮੀਪ ਜਬ ਜਾਈ। ਜਦੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਭਗਤ ਧਰੂ ਜੀ ਦੇ ਨੇੜੇ ਪਹੁੰਚੇ, ਸ਼੍ਰੀ ਕਰਤਾਰੇ ਅਲਾਈ। ਜਾ ਕੇ ਸਤਿਗੁਰੂ ਜੀ ਦੇ ਮੁਖੋਂ ਸ਼ਬਦ ਉਚਾਰਿਆ, ਸਤ ਕਰਤਾਰ ਸਤ ਕਰਤਾਰ। ਇਹ ਸ਼ਬਦ ਸਾਹਿਬ ਜੀ ਆਪਣੇ ਮੁਖੋਂ ਉਚਾਰਿਆ ਕਰਦੇ ਸਨ। ਜਦੋਂ ਕਿਤੇ ਜਾਣਾ, ਉੱਥੇ ਜਾ ਕੇ ਕਹਿਣਾ ਸਤ ਕਰਤਾਰ ਸਤ ਕਰਤਾਰ। ਇਹ ਸ਼ਬਦ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਚੋਂ ਉਚਾਰਿਆ। ਪੂਜਤ ਧਰੁਵ ਕੌਣ ਤੁਮ ਆਏ। ਭਗਤ ਧਰੂ ਜੀ ਨੇ ਸਤਿਗੁਰੂ ਜੀ ਨੂੰ ਪੁੱਛਿਆ, ਮਹਾਰਾਜ ਜੀ ਤੁਸੀਂ ਕੌਣ ਹੋ, ਕਿਵੇਂ ਚੱਲ ਕੇ ਆਏ ਹੋ ਇਸ ਜਗ੍ਹਾ ਤੇ। ਪੂਚਰ ਖੇਚਰ ਕਿਨ ਪਹੁੰਚਾਏ। ਧਰਤੀ ਤੋਂ ਪੂਚਰ ਦਾ ਮਤਲਬ ਹੁੰਦਾ ਧਰਤੀ ਤੋਂ, ਖੇਚਰ ਦਾ ਮਤਲਬ ਹੁੰਦਾ ਆਕਾਸ਼। ਧਰਤੀ ਤੋਂ ਇੱਥੇ ਆਕਾਸ਼ ਵਿੱਚ ਕਿਵੇਂ ਪਹੁੰਚ ਗਏ ਤੁਸੀਂ? ਇੱਥੇ ਕਿਸ ਤਾਣ ਨਾਲ, ਕਿਸ ਜ਼ੋਰ ਨਾਲ ਤੁਸੀਂ ਇਸ ਜਗ੍ਹਾ ਤੇ ਪਹੁੰਚ ਗਏ? ਕੈਸੇ ਮਾਰਗ ਲੀਨ ਪਛਾਨਾ। ਤੁਸੀਂ ਇਸ ਜਗ੍ਹਾ ਤੇ ਆਉਣ ਦਾ ਰਸਤਾ ਕਿਵੇਂ ਪਛਾਣਿਆ? ਤੁਹਾਨੂੰ ਕਿਵੇਂ ਪਤਾ ਲੱਗਾ ਇਸ ਘਰ ਤੱਕ ਆਉਣ ਤੱਕ ਰਸਤਾ ਜਿਹੜਾ ਸੀ ਉਹ ਕਿਵੇਂ ਤੁਹਾਨੂੰ ਮਿਲਿਆ? ਆਗੇ ਕਿਤ ਕੋ ਕੀਨ ਪਿਆਨਾ। ਤੇ ਆਪ ਜੀ ਅੱਗੇ ਕਿੱਧਰ ਜਾ ਰਹੇ ਹੋ, ਕਿੱਧਰ ਨੂੰ ਪਿਆਨਾ ਕਰ ਰਹੇ ਹੋ? ਬਿਖਮ ਪੰਥ ਵੱਡ ਕਿਉਂ ਕਰ ਆਏ। ਏਡਾ ਬਿਖਮ ਰਸਤਾ ਸੀ ਪਿੱਛੇ, ਜਿਹੜਾ ਲੰਮਾ ਪੈਂਡਾ ਤੁਸੀਂ ਤੈਅ ਕਰਕੇ ਆਏ ਹੋ। ਏਡਾ ਬਿਖਮ ਪੈਂਡਾ ਤੁਸੀਂ ਕਿਵੇਂ ਤੈਅ ਕਰ ਲਿਆ? ਕਿਵੇਂ ਇੰਨਾ ਔਖਾ ਰਸਤਾ ਚੱਲ ਕੇ ਆ ਗਏ? ਦੇਵ ਨ ਦਾਨਵ ਕਿਨਹੂ ਖਾਏ। ਕਿਉਂਕਿ ਰਸਤੇ 'ਚ ਬੜੇ ਬੜੇ ਦੇਵ ਦਾਨਵ ਆਏ ਹੋਣਗੇ, ਤੁਹਾਨੂੰ ਕਿਸੇ ਨੇ ਭਖਿਆ ਨਹੀਂ ਰਸਤੇ ਵਿੱਚ। ਤੁਸੀਂ ਇੱਥੇ ਤੱਕ ਕਿਵੇਂ ਪਹੁੰਚ ਗਏ? ਇੱਥੇ ਤੱਕ ਤਾਂ ਮੈਂ ਪਹੁੰਚਿਆ ਹਾਂ, ਹੋਰ ਕੋਈ ਇੱਥੇ ਤੱਕ ਹਾਲੇ ਤੱਕ ਨਹੀਂ ਆਇਆ। ਤੁਸੀਂ ਇੱਥੇ ਕਿਵੇਂ ਪਹੁੰਚ ਗਏ? ਕਿਸੇ ਨੇ ਰਸਤੇ 'ਚ ਤੁਹਾਨੂੰ ਨਹੀਂ ਰੋਕਿਆ, ਕਿਸੇ ਦੇਵ ਦਾਨਵ ਨੇ ਤੁਹਾਨੂੰ ਨਹੀਂ ਭਖਿਆ। ਪੂਰਬ ਪਈ ਨ ਕਬੂ ਐਸੇ। ਤੁਹਾਡੇ ਤੋਂ ਪਹਿਲਾਂ ਅੱਜ ਤੋਂ ਕਦੇ ਕੋਈ ਇਸ ਤਰ੍ਹਾਂ ਇੱਥੇ ਨਹੀਂ ਆਇਆ। ਤੁਸੀਂ ਪਹੁੰਚੇ ਹੋ ਮਹਾਰਾਜ, ਤੁਹਾਡੇ ਤੋਂ ਪਹਿਲਾਂ ਮੈਂ ਇੱਥੇ ਆਇਆ ਸੀ, ਉਸ ਤੋਂ ਬਾਅਦ ਹੁਣ ਤੁਸੀਂ ਆਏ ਹੋ। ਤੁਹਾਡੇ ਤੋਂ ਪਹਿਲਾਂ ਹੋਰ ਕਦੇ ਕੋਈ ਹੋਰ ਦੂਸਰਾ ਇੱਥੇ ਨਹੀਂ ਪਹੁੰਚਿਆ। ਦੇਹ ਸਹਿਤ ਆਏ ਅਬ ਜੈਸੇ। ਤੁਸੀਂ ਤਾਂ ਸਰੀਰਾਂ ਦੇ ਸਮੇਤ ਆ ਗਏ ਹੋ ਇੱਥੇ, ਦੇਹਾਂ ਦੇ ਸਮੇਤ ਇੱਥੇ ਤੱਕ ਕਿਵੇਂ ਪਹੁੰਚ ਗਏ? ਦੇਹ ਧਾਰੀ ਹੋ ਕੇ, ਸਰੀਰ ਧਾਰਨ ਕਰਕੇ ਇੱਥੇ ਕਿਵੇਂ ਪਹੁੰਚ ਗਏ? ਬਿਖਮ ਪਹਾੜ ਉਲੰਗੇ ਸਾਰੇ। ਕਿੰਨੇ ਕਿੰਨੇ ਲੰਮੇ ਪੈਂਡੇ ਤੁਸੀਂ ਤੈਅ ਕਰਕੇ ਆਇਓ, ਜਿਹੜੇ ਬੜੇ ਬਿਖਮ ਤੇ ਕਠਨ ਸਨ। ਯੋਂ ਸੁਨ ਸ਼੍ਰੀ ਗੁਰ ਬਚਨੀ ਉਚਾਰੇ। ਕਿਸ ਬਲ ਨਾਲ ਪਹੁੰਚ ਗਏ ਇੱਥੇ? ਜਦੋਂ ਭਗਤ ਧਰੂ ਜੀ ਨੇ ਏਦਾਂ ਸਵਾਲ ਕੀਤੇ, ਸੁਣ ਕੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ, ਦੋਹਰਾ ਸਤਨਾਮ ਕਰਤਾ ਪੁਰਖ ਕੀਨ ਭਗਤ ਤੈ ਜੋਰ। ਮਹਾਰਾਜ ਜੀ ਕਹਿਣ ਲੱਗੇ, ਧਰੂ ਜੀ, ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਹੈ ਨਾ, ਸਤਨਾਮ ਸ੍ਰੀ ਵਾਹਿ, ਇਹ ਜਿਹੜਾ ਭਜਨ ਹੈ ਵਾਹਿਗੁਰੂ ਵਾਹਿਗੁਰੂ, ਇਹ ਭਗਤੀ ਹੈ ਪਰਮੇਸ਼ਰ ਦੀ, ਅਕਾਲ ਪੁਰਖ ਦੀ ਭਗਤੀ ਹੈ। ਵਾਹਿਗੁਰੂ ਵਾਹਿਗੁਰੂ ਇਹ ਭਗਤੀ ਹੈ। ਇਹ ਜਿਹੜੀ ਭਗਤੀ ਹੈ, ਇਸ ਭਗਤੀ ਦੇ ਜ਼ੋਰ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ। ਇਹ ਭਗਤੀ ਦਾ ਪ੍ਰਤਾਪ ਹੈ, ਸੱਚੇ ਨਾਮ ਦੀ ਭਗਤੀ ਦੇ ਜ਼ੋਰ ਨਾਲ ਇੱਥੇ ਤਾਈਂ ਆਏ ਹਾਂ। ਮਾਰਗ ਭਲੇ ਪਛਾਨ ਕੇ ਆਏ ਤੁਮਰੀ ਔਰ। ਸੱਚੇ ਨਾਮ ਦੀ ਭਗਤੀ ਦੇ ਜ਼ੋਰ ਨਾਲ ਅਸੀਂ ਇਹ ਰਸਤਾ ਪਛਾਣਿਆ, ਔਰ ਇਸ ਰਸਤੇ ਤੇ ਚੱਲ ਕੇ ਤੁਹਾਡੇ ਕੋਲ ਪਹੁੰਚੇ ਹਾਂ। ਚੌਪਈ ਧਰਿਓ ਧਿਆਨ
ਜਬ ਸ਼੍ਰੀ ਕਰਤਾਰਾ। ਜਦੋਂ ਅਸੀਂ ਕਰਤਾਰ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਾਰਨ ਕੀਤਾ, ਸਭ ਹੀ ਮਾਰਗ ਭਇਓ ਸੁਖਾਰਾ। ਆ ਜਿਹੜਾ ਔਖਾ ਰਾਹ ਸੀ, ਇਹ ਸਾਰਾ ਔਖਾ ਰਸਤਾ ਸਾਡੇ ਲਈ ਸੁਖਾਲਾ ਹੋ ਗਿਆ। ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਕਰਤਾਰ ਦਾ ਧਿਆਨ ਧਾਰਿਆ, ਪਰਮੇਸ਼ਰ ਦਾ ਧਿਆਨ ਧਾਰਿਆ, ਅਕਾਲ ਪੁਰਖ ਦਾ ਧਿਆਨ ਧਾਰਨ ਕਰਕੇ ਇਹ ਔਖਾ ਰਸਤਾ ਸਾਡੇ ਲਈ ਸੁਖਾਲਾ ਹੋ ਗਿਆ। ਖਾਲਸਾ ਜੀ, ਬਿਖਮ ਰਾਹ ਸੁਖਾਲੇ ਹੋ ਜਾਂਦੇ ਐ ਜਦੋਂ ਪਰਮੇਸ਼ਰ ਦੀ ਆਰਾਧਨਾ ਕਰੀਏ, ਅਕਾਲ ਪੁਰਖ ਦੀ ਬੰਦਗੀ ਕਰੀਏ। ਮਹਾਰਾਜ ਜੀ ਕਹਿੰਦੇ ਔਖਾ ਰਸਤਾ ਸਾਡੇ ਲਈ ਸੁਖਾਲਾ ਹੋ ਗਿਆ। ਨਿਰੰਕਾਰ ਕੇ ਦਰਸ਼ਨ ਆਏ। ਔਰ ਅਸੀਂ ਅੱਗੇ ਜਾ ਰਹੇ ਹਾਂ ਨਿਰੰਕਾਰ ਦੇ ਦਰਸ਼ਨਾਂ ਨੂੰ। ਸਤਿ ਸ੍ਰੀ ਅਕਾਲ। ਅਸੀਂ ਨਿਰੰਕਾਰ ਦੇ ਦਰਸ਼ਨਾਂ ਨੂੰ ਚੱਲ ਕੇ ਆਏ ਹਾਂ। ਦਾਨਵ ਦੇਵ ਚਰਨ ਕੋ ਲਾਏ। ਉਸ ਨਿਰੰਕਾਰ ਦੇ ਚਰਨਾਂ ਵਿੱਚ ਜਾ ਰਹੇ ਹਾਂ, ਜਿਸ ਨਿਰੰਕਾਰ ਨੇ ਵੱਡੇ ਵੱਡੇ ਦਾਨਵਾਂ ਤੇ ਦੇਵਤਿਆਂ ਨੂੰ ਆਪਣੇ ਚਰਨੀ ਲਾਇਆ। ਧਰੂ ਜੀ ਨੇ ਪੁੱਛਿਆ ਨਾ ਵੀ ਤੁਹਾਨੂੰ ਕਿਸੇ ਦੇਵ ਦਾਨਵ ਨੇ ਨਹੀਂ ਖਾਧਾ? ਮਹਾਰਾਜ ਜੀ ਕਹਿੰਦੇ ਕਿਵੇਂ ਖਾ ਲੈਂਦੇ? ਜਦੋਂ ਅਸੀਂ ਕਰਤਾਰ ਦੀ ਆਰਾਧਨਾ ਕੀਤੀ, ਉਸ ਕਰਤਾਰ ਦੀ ਜਿਸ ਕਰਤਾਰ ਦੇ ਚਰਨਾਂ ਵਿੱਚ ਦੇਵ ਦਾਨਵ ਸਾਰੇ ਨਮਸਕਾਰਾਂ ਕਰਦੇ ਐ, ਉਸ ਅਕਾਲ ਪੁਰਖ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ। ਦਰਸ਼ਨ ਕੀ ਅਭਿਲਾਖ ਹਮਾਰੇ। ਸਾਡੇ ਮਨ ਵਿੱਚ ਉਸ ਕਰਤਾਰ ਦੇ ਦਰਸ਼ਨਾਂ ਦੀ ਅਭਿਲਾਖਾ ਹੈ। ਪਰ ਦੀਜੈ ਜਿਉ ਬੇਗ ਨਿਹਾਰੇ। ਮਹਾਰਾਜ ਜੀ, ਤੁਸੀਂ ਭਗਤ ਧਰੂ ਜੀ ਤੇ ਭਗਤਾਂ ਦੇ ਵਰਦਾਨ ਸਫਲੇ ਹੁੰਦੇ ਐ। ਤੁਸੀਂ ਸਾਨੂੰ ਵਰ ਦਿਓ ਕਿ ਅਸੀਂ ਜਾ ਕੇ ਸੁਖਾਲੇ ਢੰਗ ਨਾਲ ਕਰਤਾਰ ਦੇ ਦਰਸ਼ਨ ਕਰੀਏ। ਤੁਸੀਂ ਵਰ ਦਿਓ ਭਗਤ ਜੀ, ਤੁਸੀਂ ਅਸੀਸ ਦਿਓ ਕਿ ਅਸੀਂ ਨਿਰੰਕਾਰ ਪਰਮੇਸ਼ਰ ਦੇ ਘਰ ਜਾ ਕੇ ਉਸ ਨਿਰੰਕਾਰ ਦੇ ਦਰਸ਼ਨ ਕਰੀਏ। ਬਾਲ ਬੈਸ ਤੇ ਭਗਤ ਸਪੂਰਨ। ਤੁਸੀਂ ਬਾਲ ਅਵਸਥਾ ਵਿੱਚ 5 ਸਾਲ ਦੀ ਉਮਰ 'ਚ ਭਗਤ ਧਰੂ ਜੀ ਨੇ ਭਜਨ ਕੀਤਾ ਸੀ। ਕਹਿੰਦੇ ਤੁਸੀਂ ਬਾਲ ਅਵਸਥਾ ਦੇ ਵਿੱਚ ਪਰਮੇਸ਼ਰ ਦੀ ਭਗਤੀ ਕੀਤੀ ਹੈ। ਮਹਿਮਾ ਅਧਿਕ ਤੋਰ ਗੁਣ ਰੂਰਨ। ਤੁਹਾਡੀ ਬੜੀ ਵੱਡੀ ਭਾਰੀ ਮਹਿਮਾ ਹੈ, ਤੁਹਾਡੀ ਵੱਡੀ ਵਡਿਆਈ ਹੈ, ਸੰਸਾਰ ਦੇ ਵਿੱਚ ਪ੍ਰਤਾਪ ਹੈ। ਜਾਨੋ ਨਾਨਕ ਨਾਮ ਹਮਾਰਾ। ਜੇ ਤੁਸੀਂ ਸਾਡੇ ਬਾਰੇ ਜਾਣਨਾ ਹੈ ਤੇ ਸਾਨੂੰ ਨਾਨਕ ਨਿਰੰਕਾਰੀ ਕਹਿੰਦੇ ਹਨ। ਮਹਾਰਾਜ ਜੀ ਦੱਸਦੇ, ਕਹਿੰਦੇ ਸਾਨੂੰ ਨਾਨਕ ਨਿਰੰਕਾਰੀ ਕਹਿੰਦੇ ਹਨ। ਦਰਸ਼ਨ ਭਗਤਨ ਕੋ ਸੁਖ ਸਾਰਾ। ਔਰ ਅਸੀਂ ਤੁਹਾਡੇ ਜੈਸੇ ਮਹਾਂਪੁਰਸ਼ਾਂ ਭਗਤਾਂ ਦੇ ਦਰਸ਼ਨਾਂ ਦੀ ਕਾਂਖਾ ਰੱਖਦੇ ਹਾਂ, ਜਿਨ੍ਹਾਂ ਚੋਂ ਸਾਰੇ ਸੁਖ ਪ੍ਰਾਪਤ ਹੁੰਦੇ ਆ। ਤੁਹਾਡੇ ਜੈਸੇ ਮਹਾਂਪੁਰਸ਼ਾਂ ਭਗਤਾਂ ਦੇ ਦਰਸ਼ਨ ਕਰ ਰਹੇ ਹਾਂ। ਧਰੁਵ ਨੇ ਸੁਨਿਓ ਨਾਮ ਅਸ ਜਬਈ। ਜਦੋਂ ਸਤਿਗੁਰੂ ਜੀ ਦਾ ਨਾਮ ਸੁਣਿਆ ਨਾ ਭਗਤ ਧਰੂ ਜੀ ਨੇ, ਨਮੋ ਕੀਨ ਕਰ ਜੋਰੇ ਤਬਈ। ਉਸੇ ਵੇਲੇ ਭਗਤ ਧਰੂ ਜੀ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਸੀਸ ਝੁਕਾ ਕੇ ਪ੍ਰਣਾਮ ਕੀਤੀ। ਜਦੋਂ ਸੁਣਿਆ ਨਾ ਵੀ ਇਹ ਨਾਨਕ ਨਿਰੰਕਾਰੀ ਨੇ, ਸੁਣਦਿਆਂ ਭਗਤ ਧਰੂ ਜੀ ਨੇ ਹੱਥ ਜੋੜੇ, ਸੀਸ ਝੁਕਾ ਕੇ ਸਤਿਗੁਰੂ ਜੀ ਨੂੰ ਪ੍ਰਣਾਮ ਕੀਤੀ। ਕਹਿਣ ਲੱਗਿਓ ਪੂਰਬ ਸੁਧ ਪਾਈ। ਕਹਿਣ ਲੱਗਾ ਮਹਾਰਾਜ, ਮੈਨੂੰ ਇਹ ਖਬਰ ਪਹਿਲਾਂ ਮਿਲ ਗਈ ਸੀ, ਮੈਨੂੰ ਇਹ ਸੁਧ ਪ੍ਰਾਪਤ ਹੋ ਗਈ ਸੀ। ਧਰ ਅਵਤਾਰ ਪ੍ਰਭੂ ਤਰ ਜਾਈ। ਕਿ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਰੂਪ ਹੋ ਕੇ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਿਆ। ਭਗਤ ਧਰੂ ਜੀ ਕਹਿੰਦੇ ਕਿ ਮੈਨੂੰ ਇਹ ਖਬਰ ਹੋ ਗਈ ਸੀ ਕਿ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਵਿੱਚ ਅਵਤਾਰ ਧਾਰਿਆ ਹੈ। ਆਨ ਨਿਕਟ ਮੁਝ ਦਰਸ਼ਨ ਦੀਨੰ। ਤੇ ਆਪ ਜੀ ਨੇ ਬੜਾ ਤਰਸ ਕੀਤਾ ਸਾਹਿਬ। ਆਪ ਜੀ ਨੇ ਤਰਸ ਦੇ ਘਰ ਵਿੱਚ ਆ ਕੇ ਮੇਰੇ ਕੋਲ ਆ ਕੇ ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ। ਲੋਚਨ ਗੋਚਰ ਸਫਲੀ ਕੀਨੰ। ਮੇਰੇ ਇਹ ਨੇਤਰ ਆਪ ਜੀ ਨੇ ਸਫਲੇ ਕਰ ਦਿੱਤੇ ਆ ਮਹਾਰਾਜ। ਮੇਰੀਆਂ ਇਹ ਅੱਖਾਂ ਤੁਹਾਡੇ ਦਰਸ਼ਨ ਕਰਕੇ ਸਫਲੀਆਂ ਹੋ ਗਈਆਂ ਹਨ। ਸ਼੍ਰੀ ਅੰਗਦ ਜੀ ਸੁਨ ਸੁਖ ਰਾਸੋ। ਇਹ ਕਥਾ ਭਾਈ ਬਾਲਾ ਜੀ ਸੁਣਾਉਂਦੇ ਗੁਰੂ ਅੰਗਦ ਸਾਹਿਬ ਨੂੰ। ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਸੁੱਖਾਂ ਦੇ ਦਾਤੇ ਸਤਿਗੁਰੂ ਜੀ ਸੁਣੋ। ਯੋ ਹਰਕਤ ਕੀਏ ਬਚਨ ਬਿਲਾਸੋ। ਏਦਾਂ ਬੜੀ ਖੁਸ਼ੀ ਨਾਲ ਭਗਤ ਧਰੂ ਜੀ ਔਰ ਗੁਰੂ ਨਾਨਕ ਸਾਹਿਬ ਜੀ ਨੇ
ਆਪੋ ਵਿੱਚ ਬਚਨ ਬਿਲਾਸ ਕੀਤੇ ਹਨ। ਕਿਤਕ ਕਾਲ ਬੈਠੇ ਜਗ ਸੁਆਮੀ। ਕੁਝ ਸਮਾਂ ਜਗਤ ਦੇ ਸੁਆਮੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਭਗਤ ਧਰੂ ਜੀ ਕੋਲ ਬੈਠੇ ਰਹੇ। ਤੈ ਪਦ ਕਵੀ ਨਮਾਮ ਨਮਾਮੀ। ਮਹਾਕਵੀ ਜੀ ਕਹਿੰਦੇ ਬੈਠਿਆਂ ਹੋਇਆਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਉੱਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਾਰੰਬਾਰ ਨਮਾਮ ਕਰਦਾ ਹਾਂ, ਬਾਰੰਬਾਰ ਨਮਸਕਾਰ ਕਰਦਾ ਹਾਂ, ਬੰਦਨਾ ਕਰਦਾ ਹਾਂ। ਦੋਹਰਾ ਅਦਭੁਤ ਸੰਤ ਸਮਾਜ ਸਰ ਕਰ ਇਸ਼ਨਾਨ ਮਿਲ ਤਾਏ। ਭਗਤਾਂ ਦਾ ਜ਼ਿਕਰ ਆਇਆ ਤੇ ਭਗਤਾਂ ਦਾ ਹੀ ਮੰਗਲ ਕਰਦੇ ਆ ਭਾਈ ਸੰਤੋਖ ਸਿੰਘ ਜੀ। ਕਹਿੰਦੇ ਪਰਮੇਸ਼ਰ ਦੇ ਜਿਹੜੇ ਭਗਤ ਸੰਤ ਜਨ ਨੇ ਉਹ ਅਦਭੁਤ ਸਰੋਵਰ ਦੇ ਸਮਾਨ ਹਨ। ਅਦਭੁਤ ਸਰ ਕਹਿੰਦੇ ਨੇ ਸਰੋਵਰ ਨੂੰ। ਰੱਬ ਦੇ ਪਿਆਰੇ ਮਹਾਂਪੁਰਸ਼ ਸੰਤ ਜਨ ਉਹ ਅਦਭੁਤ ਸਰੋਵਰ ਦੇ ਸਮਾਨ ਨੇ। ਉਹਨਾਂ ਦੀ ਸੰਗਤ ਕਰਕੇ ਮੈਂ ਉਸ ਸਰੋਵਰ 'ਚ ਇਸ਼ਨਾਨ ਕਰਦਾ। ਸੰਤ ਜਨ ਸਰੋਵਰ ਨੇ ਔਰ ਉਹਨਾਂ ਦੀ ਸੰਗਤ ਕਰਕੇ ਉਹਦੇ ਵਿੱਚ ਮੈਂ ਇਸ਼ਨਾਨ ਕਰਦਾ ਹਾਂ। ਬਾਇਸ ਤੇ ਪਿਕ ਹੋਤ ਹੈ ਬਕ ਤੇ ਹੰਸ ਕਰਾਏ। ਕਹਿੰਦੇ ਜਿਹੜੇ ਸੰਤ ਜਨਾਂ ਦੀ ਸੰਗਤ ਦੇ ਵਿੱਚ ਇਸ਼ਨਾਨ ਕਰਦੇ ਆ, ਯਾਨੀ ਕਿ ਸਾਧੂਆਂ ਦੀ ਸੰਗਤ ਕਰਦੇ ਆ, ਉਹ ਕਾਂ ਤੋਂ, ਬਾਇਸ ਕਹਿੰਦੇ ਨੇ ਕਾਂ ਨੂੰ, ਕਹਿੰਦੇ ਉਹ ਕਾਂ ਤੋਂ ਕੋਇਲ ਰੂਪ ਹੋ ਜਾਂਦੇ ਨੇ, ਮਿੱਠ ਬੋਲੜੇ ਹੋ ਜਾਂਦੇ ਆ, ਜਾਂ ਇਸ ਤਰ੍ਹਾਂ ਕਹਿ ਲਈਏ ਬਗਲਿਆਂ ਤੋਂ ਹੰਸ ਹੋ ਜਾਂਦੇ ਹਨ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਰੱਬ ਦੇ ਪਿਆਰੇ ਅੰਮ੍ਰਿਤ ਸਰੋਵਰ ਦੇ ਸਮਾਨ ਨੇ, ਜਿਨ੍ਹਾਂ ਦੀ ਸੰਗਤ ਕਰਕੇ ਕਾਂ ਵੀ ਹੰਸ ਹੋ ਜਾਂਦੇ ਹਨ। ਕਹਿੰਦੇ ਐਸੇ ਮਹਾਂਪੁਰਸ਼ਾਂ ਦੀ ਸੰਤ ਜਨਾਂ ਦੀ ਸੰਗਤ ਵਿੱਚ ਮੈਂ ਹਮੇਸ਼ਾ ਬੈਠਦਾ, ਉਹਨਾਂ ਦੀ ਸੰਗਤ ਦਾ ਆਨੰਦ ਮਾਣਦਾ ਹਾਂ। ਚੌਪਈ ਬਾਲਾ ਕਹਿਤ ਰੁਚਰ ਇਤਿਹਾਸਾ। ਇਹ ਬੜਾ ਸੋਹਣਾ ਇਤਿਹਾਸ ਹੈ ਗੁਰੂ ਨਾਨਕ ਸਾਹਿਬ ਦਾ, ਜਿਹੜੇ ਭਾਈ ਬਾਲਾ ਜੀ ਉਚਾਰਨ ਕਰਕੇ ਸੁਣਾ ਰਹੇ ਹਨ। ਸ਼੍ਰੀ ਅੰਗਦ ਜੀ ਸੁਨ ਸੁਖ ਰਾਸਾ। ਗੁਰੂ ਅੰਗਦ ਦੇਵ ਸਾਹਿਬ ਸੁੱਖਾਂ ਦੇ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਥਾ ਆਪ ਜੀ ਸੁਣੋ। ਹਮਕੋ ਧਰੁਵ ਲੋਕ ਮੈਂ ਛੋਰਾ। ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਨੂੰ ਧਰੂ ਮੰਡਲ ਵਿੱਚ ਛੱਡਿਆ ਕਿ ਤੁਸੀਂ ਇੱਥੇ ਭਗਤ ਧਰੂ ਜੀ ਕੋਲ ਰਹੋ। ਗਮਨੇ ਸੱਚ ਖੰਡ ਕੀ ਓਰਾ। ਔਰ ਆਪ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚਖੰਡ ਨੂੰ ਗਏ ਹਨ। ਸੱਚਖੰਡ ਵਸੈ ਨਿਰੰਕਾਰ, ਜਿੱਥੇ ਮਹਾਰਾਜ ਜੀ ਨੇ ਜਾ ਕੇ ਉਚਾਰਿਆ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਉੱਥੇ ਗਏ ਆ ਸਤਿਗੁਰੂ ਗੁਰੂ ਨਾਨਕ ਸਾਹਿਬ, ਸੱਚਖੰਡ ਵੱਲ ਗਏ ਹਨ। ਤੈਂ ਬਿਰਤੰਤ ਦੇਖਿਓ ਨੈ ਕੈਸੇ। ਭਾਈ ਬਾਲਾ ਜੀ ਕਹਿੰਦੇ ਉੱਥੇ ਦਾ ਬਿਰਤਾਂਤ ਮੈਂ ਵੇਖਿਆ ਨਹੀਂ ਹੈ ਕਿ ਜਿਵੇਂ ਸਤਿਗੁਰੂ ਜੀ ਗਏ ਸੱਚਖੰਡ, ਕਿਉਂਕਿ ਸਾਨੂੰ ਛੱਡ ਗਏ ਸੀ ਧਰੂ ਜੀ ਕੋਲ। ਕਹਿੰਦੇ ਉੱਥੇ ਮੈਂ ਨਾਲ ਨਹੀਂ ਗਿਆ, ਉੱਥੇ ਦਾ ਬਿਰਤਾਂਤ ਮੈਂ ਵੇਖਿਆ ਨਹੀਂ। ਜਿਉ ਮੈਂ ਸੁਨਿਓ ਸੁਨਾਵੋ ਤੈਸੇ। ਪਰ ਮੈਂ ਜਿਵੇਂ ਸੁਣਿਆ ਗੁਰੂ ਸਾਹਿਬ ਕੋਲੋਂ, ਭਾਈ ਬਾਲਾ ਜੀ ਕਹਿੰਦੇ ਮੈਂ ਉਦਾਂ ਤੁਹਾਨੂੰ ਸੁਣਾਉਂਦਾ ਹਾਂ। ਕਹਿੰਦੇ ਮੈਂ ਨਾਲ ਤਾਂ ਨਹੀਂ ਗਿਆ, ਉੱਥੇ ਮੈਂ ਵੇਖਿਆ ਨਹੀਂ, ਪਰ ਜਿਵੇਂ ਮੈਂ ਸੁਣਿਆ ਉਹ ਤੁਹਾਨੂੰ ਸਰਵਣ ਕਰਾਉਂਦਾ, ਸੱਚਖੰਡ ਦਾ ਬਿਰਤਾਂਤ ਸਰਵਣ ਕਰਾਉਂਦਾ ਹਾਂ। ਛਿਨਕ ਵਿਖੇ ਪਹੁੰਚੇ ਸੁਖਦਾਨੀ। ਧਰੂ ਮੰਡਲ ਤੋਂ ਚੱਲ ਕੇ ਇੱਕ ਛਿਨਕ ਮਾਤਰ ਦੇ ਸਮੇਂ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਜਾ ਪਹੁੰਚੇ ਹਨ। ਜੈ ਸੁਠ ਰਚਨਾ ਬਣੀ ਮਹਾਨੀ। ਆਹ ਐਸਾ ਸੁੰਦਰ ਸੱਚਖੰਡ ਜਿਸ ਦੀ ਰਚਨਾ ਬੜੀ ਅਦਭੁਤ ਤੇ ਬੜੀ ਸੁੰਦਰ ਹੈ। ਖਾਲਸਾ ਜੀ ਵੈਸੇ ਨਿਰੰਕਾਰ ਸਰਬ ਥਾਈ ਵਸਦਾ ਹੈ। ਜੈ ਜੈ ਪੇਖੋਂ ਤਹ ਹਜੂਰ ਦੂਰ ਕਤ ਹੋ ਨਾ ਜਾਈ। ਪਾਣੀ ਸਾਰੀ ਧਰਤੀ ਥੱਲੇ ਹੈ, ਜਿੰਨੀ ਧਰਤੀ ਹੈ ਸਾਰੀ ਧਰਤੀ ਥੱਲੇ ਪਾਣੀ ਹੈ ਕਿ ਨਹੀਂ ਹੈ। ਪਰ ਆ ਜਿਹੜਾ ਸਾਹਮਣੇ ਸਰੋਵਰ ਨਜ਼ਰ ਆਉਂਦਾ ਇਹਦੇ ਵਿੱਚ ਪ੍ਰਤੱਖ ਦਿਸਦਾ ਨਾ, ਏਦਾਂ ਪਰਮੇਸ਼ਰ ਸਰਬ ਥਾਈ ਹੈ।
ਪਰ ਸੱਚਖੰਡ ਵਿੱਚ ਪਾਰ ਬ੍ਰਹਮ ਪਰਮੇਸ਼ਰ ਪ੍ਰਤੱਖ ਨਜ਼ਰ ਆਉਂਦਾ ਹੈ। ਅਕਾਲ ਪੁਰਖ ਉੱਥੇ ਪ੍ਰਤੱਖ ਹੈ। ਇਸ ਕਰਕੇ ਜਿਹੜੇ ਵਹਿਮ ਭਰਮ ਕਰਦੇ ਆ ਨਾ, ਸ਼ੰਕਾ ਗ੍ਰਸਤ ਪ੍ਰਾਣੀ, ਆਖੇ ਜੀ ਕੋਈ ਸੱਚਖੰਡ ਨਹੀਂ ਹੁੰਦਾ, ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਹੈ। ਜਗਿਆਸੂਆਂ ਨੂੰ ਪਤਾ ਵੀ ਕੀ ਖੇਡ ਹੈ। ਸ਼ੰਕਾਗ੍ਰਸਤ ਪ੍ਰਾਣੀ ਨਹੀਂ ਜਾਣ ਸਕਦੇ। ਜਿਹੜੇ ਜਗਿਆਸੂ ਨੇ ਉਹਨਾਂ ਅੰਦਰ ਤਾਂਘ ਪੈਦਾ ਹੋਵੇ ਉਸ ਸੱਚਖੰਡ ਵਿੱਚ ਆਨੰਦ ਮਾਣਨ ਦੀ। ਇਸ ਕਰਕੇ ਮਹਾਂਪੁਰਸ਼ਾਂ ਨੇ ਸੱਚਖੰਡ ਦੇ ਹੁਲਾਰੇ ਦੱਸੇ ਹੈ, ਸੱਚਖੰਡ ਦੀਆਂ ਝਲਕਾਂ ਦੱਸੀਆਂ ਨੇ ਮਹਾਂਪੁਰਸ਼ਾਂ ਨੇ। ਤੋ ਇੱਥੇ ਵੀ ਦੱਸ ਰਹੇ ਨੇ, ਕਹਿੰਦੇ ਸੱਚਖੰਡ ਗਏ ਨੇ ਜਿੱਥੇ ਨਾ ਗੁਰੂ ਨਾਨਕ ਸਾਹਿਬ, ਅਦਭੁਤ ਰਚਨਾ ਉਸ ਸੱਚਖੰਡ ਦੀ ਨਜ਼ਰ ਆਉਂਦੀ ਹੈ। ਅਨੇਕ ਬਿਦਨ ਕੇ ਉਪਬਨ ਰੂਰੇ, ਜਿੱਥੇ ਅਨੇਕਾਂ ਪ੍ਰਕਾਰ ਦੇ ਬੜੇ ਸੋਹਣੇ ਬਗੀਚੇ ਨਜ਼ਰ ਆਉਂਦੇ। ਕਦੇ ਤੁਸੀਂ ਸੱਚਖੰਡ ਦੀ ਮਹਿਮਾ ਪੜ੍ਹਨੀ ਹੋਵੇ ਨਾ, ਤੇ ਡਾਕਟਰ ਭਾਈ ਵੀਰ ਸਿੰਘ ਜੀ ਦਾ ਇੱਕ ਲੇਖ ਹੈ, ਹੇਮਕੁੰਟ ਤੋਂ ਸੱਚਖੰਡ, ਕਲਗੀਧਰ ਚਮਤਕਾਰ। ਭਾਈ ਵੀਰ ਸਿੰਘ ਜੀ ਨੇ ਲਿਖਿਆ ਨਾ 10ਵੇਂ ਪਾਤਸ਼ਾਹ ਦਾ ਜੀਵਨ, ਉਹਦੇ ਚਾਹ ਜਿਹੜਾ ਸਿਰਲੇਖ ਹੈ ਨਾ, ਇਹ ਲੇਖ ਪੜ੍ਹਨ ਵਾਲਾ ਹੈ। ਹੇਮਕੁੰਟ ਸੱਚਖੰਡ ਤੇ ਸੱਚਖੰਡ ਤੋਂ ਮਾਤਲੋਕ, ਇਹ ਦੋ ਪ੍ਰਸੰਗ ਨੇ। ਇਹੋ ਜਿਹੀ ਸੁੰਦਰ ਅਦਭੁਤ ਲੀਲਾ ਲਿਖੀ ਹੈ ਭਾਈ ਵੀਰ ਸਿੰਘ ਨੇ, ਕਮਾਲ ਕੀਤੀ ਪਈ। ਕਹਿੰਦੇ ਇਹੋ ਜਿਹੇ ਸੁਹਾਗ, ਕਹਿੰਦੇ ਅਭੁੱਲ ਕਰਤਾਰ ਦੀ ਅਭੁੱਲ ਸੋਚ ਨੇ ਸਭ ਕੁਝ ਸਿਰਜਿਆ ਹੋਇਆ। ਕੋਈ ਛੈ ਉੱਥੇ ਬਿਨਸਦੀ ਨਹੀਂ। ਇੱਕ ਫੁੱਲ ਤੋੜੋ, ਜਿਸ ਜਗ੍ਹਾ ਤੋਂ ਤੋੜਿਆ ਉੱਥੇ ਦੂਜਾ ਫੁੱਲ ਨਜ਼ਰ ਆਉਂਦਾ ਤੇ ਇੱਕ ਹੱਥ ਵਿੱਚ ਵੀ ਹੈ, ਪਰ ਜਿੱਥੋਂ ਤੋੜਿਆ ਉੱਥੋਂ ਬਿਨਸਦਾ ਨਹੀਂ ਹੈ, ਉੱਥੇ ਇੱਕ ਹੋਰ ਫੁੱਲ ਖਿੜਿਆ ਹੋਇਆ ਨਜ਼ਰ ਆਉਣ ਲੱਗ ਪੈਂਦਾ। ਐਸੀ ਅਦਭੁਤ ਰਚਨਾ। ਕਹਿੰਦੇ ਜਿੱਥੇ ਬੜੇ ਬੜੇ ਸੁੰਦਰ ਬਾਗ ਬਗੀਚੇ ਨਜ਼ਰ ਆਉਂਦੇ ਹਨ, ਸ਼ਾਖਾ ਨੀਵੀਂ ਫਲਨ ਰਸ ਪੂਰੇ, ਫਲਦਾਰ ਦਰਖਤ ਲੱਗੇ ਨੇ ਜਿਨ੍ਹਾਂ ਨੂੰ ਫਲ ਪੂਰੇ ਭਰੇ ਹੋਏ, ਤੇ ਟਹਿਣੀਆਂ ਜ਼ਮੀਨ ਤੇ ਝੁਕੀਆਂ ਹੋਈਆਂ ਹਨ। ਕੁਸਮ ਬਾਟਿਕਾ ਬਣੀ ਸੁਹਾਈ, ਫੁੱਲਾਂ ਦੀਆਂ ਬਗੀਚੀਆਂ। ਆਹਾ ਕੈਸੇ ਸੁੰਦਰ ਫੁੱਲ। ਉਹ ਫੁੱਲ ਵੀ ਕੋਈ ਅਦਭੁਤ ਫੁੱਲ ਹੀ ਨੇ, ਮਾਤ ਲੋਕ ਦੀ ਧਰਤੀ ਦੇ ਫੁੱਲ ਨਹੀਂ ਹਨ। ਐਸੇ ਅਦਭੁਤ ਮਾਤ ਲੋਕ ਦੀ ਧਰਤੀ ਦੇ ਫੁੱਲ ਤਾਂ ਮੁਰਝਾ ਜਾਂਦੇ ਆ, ਉਹ ਖਿੜੇ ਹੀ ਰਹਿੰਦੇ ਆ ਸਦਾ, ਉਹ ਬਿਨਸਦੇ ਹੀ ਨਹੀਂ ਹਨ। ਐਸੇ ਅਦਭੁਤ ਫੁੱਲ ਖਿੜੇ ਹੋਏ ਨੇ। ਭੋਰ ਗੁੰਜਾਰ ਜਿਨੇ ਪਰ ਲਾਈ, ਔਰ ਉਹਨਾਂ ਫੁੱਲਾਂ ਤੇ ਭਵਰੇ ਗੁੰਜਾਰ ਰਹੇ ਨੇ, ਭਵਰੇ ਮੰਡਰਾ ਰਹੇ ਨੇ। ਕਰੇ ਨਿਰੰਤਰ ਹਰ ਜਸ ਗਾਨਾ, ਉਹ ਜਿਹੜੇ ਭਵਰੇ ਮੰਡਰਾ ਰਹੇ ਨੇ ਨਾ ਫੁੱਲਾਂ ਤੇ ਉਹਨਾਂ ਦੇ ਮੰਡਰਾਉਣ ਦੀ ਜਿਹੜੀ ਗੂੰ ਗੂੰ ਦੀ ਆਵਾਜ਼ ਆਉਂਦੀ ਹੈ, ਕਹਿੰਦੇ ਉਹ ਆਵਾਜ਼ ਅਕਾਲ ਪੁਰਖ ਪਰਮੇਸ਼ਰ ਦਾ ਜਸ ਗਾਇਨ ਕਰਦੀ ਹੈ। ਨਿਰੰਤਰ ਇੱਕ ਰਸ ਪਰਮੇਸ਼ਰ ਦਾ ਜਸ ਗਾਇਨ ਕਰਦੀ ਹੈ। ਹੰਸ ਕੀਰ ਪਿਕ ਜੇ ਖਗ ਨਾਨਾ, ਉਹਨਾਂ ਬਗੀਚਿਆਂ ਵਿੱਚ, ਉਹਨਾਂ ਬਾਗਾਂ ਵਿੱਚ ਹੰਸ ਫਿਰਦੇ ਦਿਸਦੇ ਨੇ, ਕੀਰ ਕਬੂਤਰ ਫਿਰਦੇ ਦਿਸਦੇ ਨੇ, ਔਰ ਕੋਇਲਾਂ ਉਹਨਾਂ ਬਾਗਾਂ ਦੇ ਵਿੱਚ ਕੂਕਦੀਆਂ ਨੇ। ਨਾਨਾ ਪ੍ਰਕਾਰ ਦੇ ਪੰਛੀ ਉਹਨਾਂ ਬਾਗਾਂ ਦੇ ਵਿੱਚ ਚੋਹ ਚੁਹਾ ਰਹੇ ਹਨ। ਪੌਰ ਵਡੋ ਸੁੰਦਰ ਉਜਿਆਰਾ, ਕਹਿੰਦੇ ਸੱਚਖੰਡ ਦਾ ਦਰਵਾਜ਼ਾ ਬੜਾ ਸੁੰਦਰ, ਉੱਚਾ ਦਰਵਾਜ਼ਾ ਵੱਡਾ, ਤੇ ਉਹਦੇ ਤੇ ਚਾਨਣਾ ਹੀ ਚਾਨਣਾ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਹੀਰੇ ਮਾਣਿਕ ਲਗੇ ਅਪਾਰਾ, ਉਸ ਦਰਵਾਜ਼ੇ ਵਿੱਚ ਵੀ ਹੀਰੇ ਜੜੇ ਹੋਏ, ਮਾਣਕ ਲੱਗੇ ਹੋਏ, ਜਵਾਹਰਾਤ ਜੜੇ ਹੋਏ ਨੇ। ਅਹੇ ਭਗਤ ਜਿਨ ਮੋਖ ਸ਼ਲੋਕਾ, ਖਾਲਸਾ ਜੀ 4 ਪ੍ਰਕਾਰ ਦੇ ਭਗਤ ਹੁੰਦੇ ਆ, ਸ਼ਲੋਕ ਮੁਕਤੀ, ਸਮੀਪ ਮੁਕਤੀ, ਸਜੁਜ ਮੁਕਤੀ ਤੇ ਸਰੂਪ ਮੁਕਤੀ ਵਾਲੇ। ਕਹਿੰਦੇ ਜਦੋਂ ਦਰਵਾਜ਼ੇ 'ਚ ਗਏ ਤੇ ਉੱਥੇ ਸ਼ਲੋਕ ਮੁਕਤੀ ਵਾਲੇ ਭਗਤ ਵਸਦੇ ਆ, ਜਿਨ੍ਹਾਂ ਨੇ ਭਗਤੀ ਕੀਤੀ ਪਰਮੇਸ਼ਰ ਦੀ ਤੇ ਮੰਗਿਆ ਮਹਾਰਾਜ ਜਿਹੜੇ ਲੋਕ 'ਚ ਤੁਸੀਂ ਰਹਿੰਦੇ ਹੋ ਉੱਥੇ ਸਾਡਾ ਵਾਸਾ ਹੋਵੇ। ਜਿਵੇਂ ਕੋਈ ਭਜਨ ਕਰੇ ਕਿ ਧੰਨ ਗੁਰੂ ਰਾਮਦਾਸ ਸਾਹਿਬ ਜਿਹੜੀ ਤੁਹਾਡੀ ਪਵਿੱਤਰ ਨਗਰੀ ਹੈ, ਕਿਰਪਾ ਕਰਿਓ ਅਸੀਂ ਤੁਹਾਡੀ ਨਗਰੀ ਵਿੱਚ ਵਸੀਏ। ਉਹ ਸ਼ਲੋਕ ਮੁਕਤੀ, ਆਪਣੇ ਇਸ਼ਟ ਦੇ ਲੋਕ ਵਿੱਚ ਵਸਣਾ, ਉਹਨੂੰ ਸ਼ਲੋਕ ਮੁਕਤੀ ਕਹਿੰਦੇ ਆ। ਜਿਵੇਂ ਆਪਾਂ ਸਾਰੇ ਆਪਣੇ ਇਸ਼ਟ 9ਵੇਂ ਗੁਰਦੇਵ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਲੋਕ ਵਿੱਚ ਆ ਸ਼ਹਿਰ ਪਟਿਆਲੇ 'ਚ ਵਸਦੇ ਆ। ਇਹ ਸਾਡੀ ਸ਼ਲੋਕ ਮੁਕਤੀ ਹੈ ਗੁਰੂ ਖਾਲਸਾ ਜੀ। ਨੌਵੇਂ ਪਾਤਸ਼ਾਹ ਦੇ ਲੋਕ 'ਚ ਵਸਣਾ, ਮਹਾਰਾਜ ਜੀ ਦੇ ਵਸਾਏ ਸ਼ਹਿਰ ਵਿੱਚ ਵਸਣਾ। ਤੋ ਸ਼ਲੋਕ ਮੁਕਤੀ ਏਦਾਂ ਸੱਚਖੰਡ ਵਿੱਚ ਵੀ ਹੈ, ਆਪਣੇ ਇਸ਼ਟ ਦੇ ਲੋਕ ਵਿੱਚ ਵਸਣਾ। ਉਹ ਸ਼ਲੋਕ ਮੁਕਤੀ ਵਾਲੇ ਭਗਤ ਪਹਿਲਾਂ ਸਭ ਤੋਂ ਪਹਿਲਾਂ ਨਜ਼ਰ ਆਏ। ਵਿਚਰਤ ਹੈ ਹਰਖਤ ਬਿਨ ਸ਼ੋਕਾ, ਬਿਨਾਂ ਸ਼ੋਕ ਤੋਂ ਕੋਈ ਦੁੱਖ ਨਹੀਂ ਹੈ ਉੱਥੇ। ਬੇਗਮਪੁਰਾ ਸ਼ਹਿਰ ਕੋ ਨਾਓ, ਬੇਗਮਪੁਰਾ ਜਿੱਥੇ ਕੋਈ ਗਮ ਨਹੀਂ, ਜਿੱਥੇ ਕੋਈ ਸ਼ੋਕ ਨਹੀਂ, ਉਸ ਨਗਰ ਦੇ ਵਿੱਚ ਉਹ ਮਹਾਂਪੁਰਸ਼ ਭਗਤ ਵਸ ਰਹੇ ਹਨ। ਸੁਪਨੇ ਮਾਤਰ ਜੈਨਾ ਵਿਕਾਰਾ, ਕਹਿੰਦੇ ਜਿੱਥੇ ਵਿਕਾਰ ਸੁਪਨੇ ਵਿੱਚ ਵੀ ਨਹੀਂ ਫੁਰਦੇ। ਪ੍ਰਤੱਖ ਵਿਕਾਰ ਤਾਂ ਕੀ ਆਉਣਾ, ਸੁਪਨੇ ਵਿੱਚ ਵੀ ਵਿਕਾਰ ਦਾ ਲੇਸ਼ ਨਹੀਂ। ਹਿਰਦੈ ਪ੍ਰਕਾਸ਼ੇ ਗਿਆਨ ਅਪਾਰਾ, ਜਿਨ੍ਹਾਂ ਦੇ ਹਿਰਦਿਆਂ 'ਚ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ, ਗਿਆਨ ਦਾ ਚਾਨਣਾ ਹੋ ਰਿਹਾ ਹੈ। ਸੁੰਦਰ ਮੰਦਰ ਕੰਚਨ ਕੇਰੇ, ਸੋਨੇ ਮੰਦਰ ਬਣੇ ਹੋਏ ਨੇ, ਸੋਨੇ ਦੇ ਮਕਾਨ ਬਣੇ ਹੋਏ ਨੇ। ਖਚੀ ਮੜਨ ਜਗਮਤ ਕਨੇਰੇ, ਕਹਿੰਦੇ ਜਿਨ੍ਹਾਂ ਵਿੱਚ ਮਣੀਆਂ ਖਚੀਆਂ ਹੋਈਆਂ, ਜਿਹੜੀਆਂ ਜਗਮਗ ਕਰਦੀਆਂ ਚਮਕਦੀਆਂ ਹਨ। ਸਿਲਾ ਫਟਕ ਕੀ ਮੱਲਿਆ ਕਪਾਟ, ਉਹਨਾਂ ਨੂੰ ਜਿਹੜੇ ਪੱਥਰ ਲੱਗੇ ਹੋਏ ਨੇ ਨਾ, ਉਹ ਫਟਕ ਦੀ ਜਿਹੜੀ ਬਿਲੌਰ ਦਾ ਸ਼ੀਸ਼ਾ ਨਹੀਂ ਹੁੰਦਾ ਫਟਕ ਦਾ, ਉਹਦੇ ਕਹਿੰਦੇ ਉਹਦੇ ਪੱਥਰ ਲੱਗੇ ਹੋਏ ਥੱਲੇ ਜ਼ਮੀਨ ਤੇ। ਮੱਲਿਆ ਕਪਾਟਾ, ਮੱਲਿਆ ਕਹਿੰਦੇ ਨੇ ਚੰਦਨ ਨੂੰ। ਜਿਹੜੇ ਦਰਵਾਜ਼ੇ ਲੱਗੇ ਆ ਉਹ ਚੰਦਨ ਦੀ ਲੱਕੜ ਦੇ ਲੱਗੇ ਹੋਏ ਮਹਿਕ ਵਾਲੇ ਹਨ। ਮੁਕਤਾ ਕੀ ਤੋਰਣ ਦਰ ਠਾਠਾ, ਉਹਨਾਂ ਦਰਵਾਜ਼ਿਆਂ ਦੇ ਦਰਾਂ ਉੱਤੇ ਮੋਤੀਆਂ ਦੀਆਂ ਲੜੀਆਂ ਪਰੋ ਕੇ ਨਾ, ਏਦਾਂ ਹਾਰ ਜੇ ਉਹ ਪਰੋ ਕੇ ਮੋਤੀਆਂ ਦੇ ਲਟਕਾਏ ਹੋਏ ਨੇ। ਤੈਂ ਜਬ ਪਹੁੰਚੇ ਸ਼੍ਰੀ ਗੁਣ ਖਾਨੀ, ਉਹ ਲੜੀਆਂ ਲੱਗੀਆਂ ਹੋਈਆਂ ਗੁਣਾਂ ਦੀ ਖਾਨ। ਜਦੋਂ ਐਸੇ ਸੋਹਣਿਆਂ ਮੰਦਰਾਂ ਵਿੱਚ ਪਹੁੰਚੇ, ਭਗਤਨ ਸਭਨ ਬੰਧਨ ਠਾਨੀ, ਜਿਹੜੇ ਉਹ ਸ਼ਲੋਕ ਮੁਕਤੀ ਵਾਲੇ ਭਗਤ ਬੈਠੇ ਸੀ ਨਾ ਸਾਰੇ, ਜਦੋਂ ਉਹਨਾਂ ਨੇ ਗੁਰੂ ਬਾਬੇ ਦੇ ਦਰਸ਼ਨ ਕੀਤੇ, ਸਾਰਿਆਂ ਭਗਤਾਂ ਨੇ ਅੱਗੇ ਆ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬੰਦਨਾ ਕੀਤੀ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ। ਅਨਕ ਭਾਂਤ ਕੇ ਉਸਤਤ ਕਰਕੇ, ਖਾਲਸਾ ਜੀ ਇਹ ਹੈ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੀ ਆਪਣੇ ਇਸ਼ਟ ਪ੍ਰਤੀ ਭਗਤੀ ਭਾਵਨਾ। ਮਹਾਂਕਵੀ ਜੀ ਦੀ ਆਪਣੇ ਇਸ਼ਟ ਗੁਰੂ ਨਾਨਕ ਸਾਹਿਬ ਪ੍ਰਤੀ ਭਗਤੀ ਭਾਵਨਾ ਕਿ ਮੇਰੇ ਇਸ਼ਟ ਸਭ ਤੋਂ ਵੱਡੇ ਨੇ, ਉਹਨਾਂ ਦੇ ਚਰਨਾਂ 'ਚ ਸਭ ਨਮਸਕਾਰਾਂ ਕਰਦੇ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਇਸ਼ਟ ਭਗਤੀ ਹੈ, ਇਹਨੂੰ ਇਸ਼ਟ ਭਗਤੀ ਕਹਿੰਦੇ ਆ। ਸਿੱਖ ਅੰਦਰ ਇਹ ਭਗਤੀ ਹੁੰਦੀ ਹੈ ਕਿ ਆਪਣੇ ਗੁਰੂ ਨੂੰ ਸਭ ਤੋਂ ਵੱਡਾ ਕਰਕੇ ਜਾਣਨਾ। ਮੇਰੇ ਗੁਰੂ ਜੈਸਾ ਕੋਈ ਨਹੀਂ, ਗੁਰ ਜੈਸਾ ਨਹੀਂ ਕੋ ਦੇਵ, ਗੁਰ ਜੈਸਾ ਨਹੀਂ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਹੀਂ ਕੋ ਦੇਵ, ਗੁਰ ਜੈਸਾ ਨਹੀਂ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਮੇਰੇ ਗੁਰੂ ਜੈਸਾ ਕੋਈ ਨਹੀਂ। ਜਿੰਨੇ ਮਹਾਂਪੁਰਸ਼ ਭਗਤ ਨੇ ਸਭ ਨੇ ਗੁਰੂ ਨਾਨਕ ਸਾਹਿਬ ਨੂੰ ਬੰਦਨਾ ਕੀਤੀ। ਅਨਕ ਭਾਂਤ ਕੇ ਉਸਤਤ ਕਰਕੇ, ਅਨਕ ਭਾਂਤ ਨਾਲ ਉਹਨਾਂ ਸਤਿਗੁਰਾਂ ਦੀ ਉਸਤਤੀ ਕੀਤੀ। ਆਹਾ ਮੇਰੇ ਸਾਹਿਬ, ਦਿਨ ਦੁਨੀਆ ਦੇ ਮਾਲਕ, ਗੁਰੂ ਨਾਨਕ ਰੂਪ ਹੋ ਕੇ ਆਪ ਜੀ ਨੇ ਅੱਜ ਦਰਸ਼ਨ ਦਿੱਤੇ ਹਨ, ਅਸੀਂ ਕਿਰਤਾਰਥ ਹੋ ਗਏ। ਏਦਾਂ ਸਤਿਗੁਰਾਂ ਦੀ ਉਸਤਤ ਕਰਦੇ ਹਨ। ਪਰਮ ਸੁਖੀ ਪੇ ਰੂਪ ਨਿਹਰ ਕੇ, ਸਤਿਗੁਰਾਂ ਦੇ ਦਰਸ਼ਨ ਕਰਕੇ ਪਰਮ ਸੁਖੀ ਹੋ ਗਏ। ਤੈਂ ਤੇ ਗਮਨੇ ਬਹੁਰੇ ਆਗਾਰੀ, ਉਹਨਾਂ ਸ਼ਲੋਕ ਮੁਕਤੀ ਵਾਲੇ ਭਗਤਾਂ ਨੂੰ ਦਰਸ਼ਨ ਦੇ ਕੇ ਸਤਿਗੁਰੂ ਜੀ ਉੱਥੋਂ ਅੱਗੇ ਵਧੇ ਹਨ। ਬਨੀ ਮੰਦਰਨ ਉਪਮਾ ਭਾਰੀ, ਕਹਿੰਦੇ ਬੜੇ ਬੜੇ ਸੁੰਦਰ ਮੰਦਰ ਬਣੇ ਹੋਏ,
ਜਿਨ੍ਹਾਂ ਦੀ ਬੜੀ ਉਪਮਾ ਹੈ। ਅਜਰਨ ਵਿਖੇ ਮੜੀਆਂ ਗੱਚਕਾਰੀ। ਕਹਿੰਦੇ ਅੱਗੇ ਜਦੋਂ ਵਿਹੜਾ ਵੇਖਿਆ ਨਾ, ਥੱਲੇ ਜ਼ਮੀਨ ਵੇਖੀ, ਫਰਸ਼, ਉਹਦੇ ਵਿੱਚ ਕੀਮਤੀ ਮਣੀਆਂ ਜੜੀਆਂ ਹੋਈਆਂ ਹਨ। ਜਿਨ ਕੇ ਬਰਨ ਅਨੇਕ ਪ੍ਰਕਾਰੀ। ਜਿਨ੍ਹਾਂ ਦੇ ਅਨੇਕ ਪ੍ਰਕਾਰ ਦੇ ਰੰਗ ਨੇ ਮਣੀਆਂ ਦੇ। ਬਸੇ ਭਗਤ ਤਿਨ ਬੀਚ ਅਨੂਪਾ। ਉਹਦੇ ਵਿੱਚ ਵੀ ਭਗਤ ਵਸਦੇ ਨੇ ਜਿਨ੍ਹਾਂ ਨੂੰ ਗੁਰੂ ਖਾਲਸਾ ਜੀ ਸਮੀਪ ਮੁਕਤੀ ਦਾ ਸੁੱਖ ਪ੍ਰਾਪਤ ਹੈ। ਜਿਨਈ ਪਾਈ ਮੋਖ ਸਰੂਪਾ। ਜਿਨ੍ਹਾਂ ਨੇ ਸਰੂਪ ਨਾਮੇ ਮੁਕਤੀ ਦੀ ਪ੍ਰਾਪਤੀ, ਇੱਕ ਸਰੂਪ ਮੁਕਤੀ ਹੁੰਦੀ ਹੈ ਨਾ, ਜਿਹੋ ਜਿਹਾ ਮਾਲਕ ਹੋਣਾ ਉਹਦੇ ਵਰਗਾ ਸਰੂਪ ਹੋ ਜਾਣਾ, ਉਹਨੂੰ ਸਰੂਪ ਮੁਕਤੀ ਕਹਿੰਦੇ ਹਨ। ਪੀਤ ਬਸਨ ਤਨ ਸ਼ਾਮ ਸੁਬਰਨਾ। ਕਹਿੰਦੇ ਜਿਹੜੇ ਭਗਤ ਨੇ ਇਹਨਾਂ ਨੇ ਪੀਲੇ ਰੰਗ ਦੇ ਵਸਤਰ ਧਾਰਨ ਕੀਤੇ ਹੋਏ ਨੇ। ਅਤ ਸੁੰਦਰ ਛਬ ਮਨ ਕੀ ਹਰਨਾ। ਬੜੀ ਸੁੰਦਰ ਉਪਮਾ ਹੈ, ਬੜੀ ਸੋਹਣੀ ਛਵੀ ਆ ਇਹਨਾਂ ਭਗਤਾਂ ਦੀ। ਦੋਹਰਾ ਨੀਲ ਸ਼ਿਲਾ ਪਰ ਪੂਰ ਜਿਉ ਆਤਪ ਪਰਿਓ ਸੁਹਾਏ। ਕਹਿੰਦੇ ਜਿਵੇਂ ਕਿਸੇ ਨੀਲੇ ਰੰਗ ਦੇ ਪੱਥਰ ਦੇ ਉੱਤੇ ਧੁੱਪ ਪੈਂਦੀ ਹੈ ਨਾ, ਤੇ ਉਹ ਚਮਕਦਾ ਹੈ। ਕਹਿੰਦੇ ਇਹੋ ਜੀ ਧੁੱਪ ਉੱਥੇ ਪੈਂਦੀ ਆ ਨੀਲੇ ਰੰਗ ਦੀ। ਕੁੰਡਲ ਮੀਨਾ ਕਾਰਜੇ ਪਹਿਰੇ ਕਰਨ ਸੁਭਾਏ। ਇਹਨਾਂ ਭਗਤਾਂ ਨੇ ਦੇਵ ਵਰਗਾ ਸਰੂਪ ਧਾਰਨ ਕੀਤਾ ਹੋਇਆ, ਕੰਨਾਂ ਵਿੱਚ ਕੁੰਡਲ ਆਦਿਕ ਪਹਿਨੇ ਹੋਏ ਹਨ। ਜੋ ਪਈ ਚਾਰੂ ਪੂਜਾ ਭੂਖਨ ਜਿਨ ਚਾਰੂ। ਸੋਹਣੀਆਂ ਬਾਹਾਂ ਵਿੱਚ ਗਹਿਣੇ ਧਾਰਨ ਕੀਤੇ ਹੋਏ ਨੇ। ਕੰਕਨ ਅੰਗਦ ਮੁਦਰਿਕਾ ਧਾਰੂ। ਹੱਥਾਂ 'ਚ ਕੜੇ ਤੇ ਡੋਲਿਆਂ ਨਾਲ ਬਹੂਟੇ ਬੱਧੇ ਹੋਏ ਨੇ, ਉਂਗਲਾਂ ਵਿੱਚ ਮੁੰਦਰੀਆਂ ਪਾਈਆਂ ਹੋਈਆਂ ਨੇ। ਸੀਸ ਕਰੀਟ ਧਰੇ ਛਬ ਪਾਵਤ। ਤੇ ਸੋਹਣੇ ਕਰੀਟ ਧਾਰਨ ਕੀਤੇ ਹੋਏ, ਭਾਵ ਮੁਕਟ ਧਾਰਨ ਕੀਤੇ ਹੋਏ ਨੇ। ਅਤ ਕੁੰਤਲ ਕਚ ਮਨੇ ਚੁਰਾਵਤ। ਕਹਿੰਦੇ ਬੜਾ ਸੋਹਣਾ ਸਰੂਪ ਹੈ ਇਹਨਾਂ ਭਗਤਾਂ ਦਾ, ਮਾਨੋ ਮਨ ਨੂੰ ਚੁਰਾ ਲੈਣ। ਤਾਹ ਪਹੁੰਚੇ ਜਾਏ ਕਿਰਪਾਲਾ। ਸਰੂਪ ਮੁਕਤੀ ਵਾਲੇ ਇਹਨਾਂ ਮਹਾਂਪੁਰਸ਼ਾਂ ਭਗਤਾਂ ਕੋਲ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਹੁੰਚੇ ਹਨ। ਮਿਲੇ ਭਗਤ ਉੱਠ ਪ੍ਰੇਮ ਵਿਸਾਲਾ। ਜਿੰਨੇ ਸਰੂਪ ਮੁਕਤੀ ਵਾਲੇ ਭਗਤ ਸਨ ਉੱਠ ਕੇ ਸਤਿਗੁਰੂ ਜੀ ਨੂੰ ਮਿਲੇ। ਬੰਧਨ ਕਰੇ ਬੰਦ ਕਰ ਦੋ। ਦੋਵੇਂ ਹੱਥ ਜੋੜ ਕੇ ਨਾ ਵੀ ਗੁਰੂ ਨਾਨਕ ਸਾਹਿਬ ਨੂੰ ਬੰਦਨਾ ਕੀਤੀ, ਮੱਥਾ ਟੇਕਿਆ। ਪਰਮ ਆਨੰਦ ਪਾਏ ਉਰਸੋ। ਬੜੇ ਆਨੰਦ ਵਿੱਚ ਪ੍ਰਾਪਤ ਹੋਏ ਸਤਿਗੁਰਾਂ ਦੇ ਦਰਸ਼ਨ ਕਰਕੇ। ਪਰ ਸੰਸੇ ਤੁਮ ਆਦਿ ਅਨਾਦੂ। ਮਹਾਰਾਜ ਜੀ ਦੀ ਪ੍ਰਸ਼ੰਸਾ ਕਰਦੇ, ਉਪਮਾ ਕਰਦੇ, ਮਹਾਰਾਜ ਤੁਸੀਂ ਹੀ ਸਾਰੇ ਜਗਤ ਦੀ ਆਦ ਹੋ, ਅਨਾਦੀ ਹੋ। ਸਰਬ ਜਨਨ ਦਾਨੀ ਐਲਾਦੂ। ਆਪਣੇ ਸਾਰਿਆਂ ਜਨਾਂ ਸੇਵਕਾਂ ਨੂੰ ਖੁਸ਼ੀ ਦੇਣ ਵਾਲੇ ਹੋ ਸਤਿਗੁਰੂ ਜੀ। ਮਹਿਮਾ ਨਾਮ ਜਗਤ ਵਿਸਤਾਰ। ਸੰਸਾਰ ਵਿੱਚ ਨਾਮ ਦੀ ਮਹਿਮਾ ਨੂੰ ਵਿਸਥਾਰ ਕਰਨ ਵਾਸਤੇ ਜੁਗ ਜੁਗ ਭਗਤਨ ਕੋ ਰਖਵਾਰ। ਆਪ ਜੀ ਹਰ ਯੁੱਗ 'ਚ ਅਵਤਾਰ ਧਾਰਨ ਕਰਦੇ ਹੋ, ਭਗਤਾਂ ਦੀ ਰੱਖਿਆ ਕਰਦੇ ਹੋ। ਮ੍ਰਿਦੁਲ ਮధుਰ ਤਿਨ ਸੋ ਬਚ ਕਹਿ ਕੇ। ਉਹਨਾਂ ਨਾਲ ਸਤਿਗੁਰੂ ਜੀ ਨੇ ਬੜੇ ਮਿਰਦੁਲ ਕੋਮਲ ਮਿੱਠੇ ਬੋਲ ਬਚਨ ਕੀਤੇ। ਗਮਨੇ ਪ੍ਰਭ ਦਰਸ਼ਨ ਇਤ ਚੈ ਕੇ। ਔਰ ਅਕਾਲ ਪੁਰਖ ਦੇ ਦਰਸ਼ਨਾਂ ਵਾਸਤੇ ਸਤਿਗੁਰੂ ਜੀ ਅੱਗੇ ਵਧੇ ਹਨ। ਗੇ ਆਗੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜਾ ਰਹੇ ਨੇ। ਜੈ ਜਨ ਪਾਈ ਮੋਖ ਸਮੀਪਾ। ਫਿਰ ਚੱਲ ਕੇ ਉਹਨਾਂ ਕੋਲ ਆਏ ਜਿਹੜੇ ਸਮੀਪ ਮੁਕਤੀ ਵਾਲੇ ਮਹਾਂਪੁਰਸ਼ ਸਨ। ਬਾਹਰ ਪਹਿਲਾਂ ਉਹ ਮਿਲੇ ਜਿਹੜੇ ਸ਼ਲੋਕ ਮੁਕਤੀ, ਫਿਰ ਸਰੂਪ ਮੁਕਤੀ ਵਾਲੇ। ਹੁਣ ਉਹ ਮਿਲੇ ਨੇ ਜਿਹੜੇ ਸਮੀਪ ਮੁਕਤੀ ਵਾਲੇ ਸਨ, ਕੋਲ ਰਹਿੰਦੇ ਸਨ ਆਪਣੇ ਮਾਲਕ ਦੇ। ਤੈਂ ਕੀ ਮਹਿਮਾ ਕੌਣ ਉਚਰਈ। ਜਿਹੜੇ ਆਪਣੇ ਮਾਲਕ ਦੀ ਹਜ਼ੂਰੀ 'ਚ ਹੀ ਰਹਿੰਦੇ ਹਮੇਸ਼ਾ, ਉਹਨਾਂ ਦੀ ਉਪਮਾ ਕੌਣ ਕਵੇ। ਧੰਨ ਭਾਈ ਆਲਮ ਸਿੰਘ ਜੀ ਨੱਚਣਾ ਸਾਰੀ ਜ਼ਿੰਦਗੀ ਬਾਜਾਂ ਵਾਲੇ ਦੇ ਚਰਨਾਂ 'ਚ ਰਹੇ ਤੇ ਜਾਗਦੇ ਹੀ ਰਹੇ, ਪਹਿਰਾ ਦਿੰਦੇ ਰਹੇ ਸਤਿਗੁਰਾਂ ਦਾ। ਗੁਰਦੇਵ ਦੀਆਂ ਅੱਖਾਂ ਦੇ ਸਾਹਵੇਂ ਚਮਕੌਰ ਦੀ ਗੜੀ ਵਿੱਚ ਜੂਝਦਿਆਂ ਸ਼ਹੀਦੀ ਪ੍ਰਾਪਤ ਕਰ ਗਏ। ਇਹਨੂੰ ਸਮੀਪ ਮੁਕਤੀ ਕਹਿੰਦੇ ਆ। ਆਪਣੇ ਮਾਲਕ ਦੇ ਕੋਲ ਰਹਿਣ ਕੇ ਮੁਕਤੀ ਮਾਣਨ ਵਾਲਿਆਂ ਦੀ ਸੋਭਾ ਕੌਣ ਕਹੇ।
ਜੇ ਸਦੀਵ ਦਰਸ਼ਨ ਅਨੁਸਰੀ ਜਿਹੜੇ ਸਦੀਵ ਹੀ ਆਪਣੇ ਮਾਲਕ ਦੇ ਦਰਸ਼ਨ ਕਰਦੇ ਹਨ। ਤੈਂ ਜਬ ਪਹੁੰਚੇ ਦੀਨਾਨਾਥ ਜਦੋਂ ਸਤਿਗੁਰੂ ਜੀ ਦੀਨਾਂ ਦੇ ਨਾਥ ਉੱਥੇ ਪਹੁੰਚੇ, ਉਠ ਕਰ ਸਰਬ ਮਿਲੇ ਹਿਤ ਸਾਥੋ ਜਿਹੜੇ ਉਹ ਸਮੀਪ ਮੁਕਤੀ ਵਾਲੇ ਭਗਤ ਸਨ, ਫਿਰ ਉਹ ਉੱਠ ਕੇ ਮਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ। ਪੁਨ ਆਵਾ ਸ਼੍ਰੀ ਪ੍ਰਭ ਦਰਬਾਰਾ ਸਮੀਪ ਮੁਕਤੀ ਵਾਲੇ ਭਗਤਾਂ ਨੂੰ ਦਰਸ਼ਨ ਦੇ ਕੇ ਫਿਰ ਪ੍ਰਭੂ ਦੇ ਦਰਬਾਰ ਵਿੱਚ ਸਤਿਗੁਰੂ ਜੀ ਨਿਰੰਕਾਰ ਦੇ ਦਰਬਾਰ ਵਿੱਚ ਆਏ। ਕੋਟ ਸੂਰ ਸਮ ਜਗਮਗ ਕਾਰਾ ਜਦੋਂ ਨਿਰੰਕਾਰ ਦੇ ਦਰਬਾਰ ਵਿੱਚ ਆਏ ਤੇ ਕੀ ਵੇਖਦੇ ਨੇ? ਸਾਹਮਣੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ। ਸਤਿ ਸ੍ਰੀ ਅਕਾਲ। ਕੋਟ ਸੂਰ ਸਮ ਜਗਮਗ ਕਾਰਾ, ਕਰੋੜਾਂ ਸੂਰਜਾਂ ਦੀ ਚਮਕ ਹੀ ਚਮਕ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆ ਰਿਹਾ ਹੈ। ਮਰਕਤ ਪਦਮ ਰਾਗ ਛਬ ਪਾਰੀ ਆਹਾ, ਕਹਿੰਦੇ ਬੜਾ ਸੁੰਦਰ ਪਦਮ ਰਾਗ ਹੋ ਰਿਹਾ ਹੈ, ਬੜੀ ਸੋਹਣੀ ਸ਼ੋਭਾ ਉੱਥੇ ਨਜ਼ਰ ਆਉਂਦੀ ਹੈ। ਮੀਨਾਕਾਰ ਜਹਾਂ ਗਚਕਾਰੀ ਕਹਿੰਦੇ ਜਿੱਥੇ ਪੰਨੇ ਲੱਗੇ ਹੋਏ ਨਜ਼ਰ ਆਉਂਦੇ ਆ ਚਾਰੇ ਪਾਸੇ, ਬੜੀ ਸੋਹਣੀ ਮੀਨਾਕਾਰੀ ਕੀਤੀ ਹੋਈ ਹੈ। ਹਾਟਕ ਫਟਕ ਪਰਵਾਲਨ ਥੰਬਾ ਕਹਿੰਦੇ ਹਾਟਕਾਂ ਦੇ ਫਟਕਾਂ ਦੀਆਂ ਮਣੀਆਂ ਲੱਗੀਆਂ ਹੋਈਆਂ, ਕੀਮਤੀ ਪਰਵਾਲ ਜਿਹੜੇ ਮੋਤੀ ਹੁੰਦੇ ਐ ਉਹ ਚਾਰੇ ਪਾਸੇ ਲੱਗੇ ਹੋਏ ਨੇ ਸੱਚਖੰਡ 'ਚ। ਜਿਨ ਬਿਲੋਕ ਮਨ ਹੋਤੇ ਅਚੰਬਾ ਜਿਨ੍ਹਾਂ ਨੂੰ ਵੇਖ ਕੇ ਮਨ ਅਚੰਭਤ ਹੋ ਜਾਂਦਾ, ਅਸਚਰਜ ਹੋ ਜਾਂਦਾ ਹੈ, ਵਿਸਮਾਦ ਹੋ ਜਾਂਦਾ ਹੈ। ਹਰਿਤ ਮਣਿਨ ਮਾਣਿਕ ਵਿੱਚ ਹੀਰੇ ਹਰੇ ਰੰਗ ਦੀਆਂ ਮਣੀਆਂ ਨਜ਼ਰ ਆਉਂਦੀਆਂ, ਗਚੀਆਂ ਹੋਈਆਂ, ਹਰੇ ਰੰਗ ਦੇ ਹੀਰੇ ਨਜ਼ਰ ਆਉਂਦੇ ਹਨ। ਬਿਰਚੇ ਕੋਰ ਕਾਡ ਸੁੱਠ ਚੀਰੇ ਇਹਨਾਂ ਦੀਆਂ ਕੋਰਾਂ ਕੱਢ ਕੱਢ ਕੇ ਨਾ ਬਰੀਕੀ ਦੇ ਨਾਲ ਬੜੇ ਸੋਹਣੇ ਢੰਗ ਨਾਲ ਸਜਾਏ ਹੋਏ ਨੇ। ਮੁਕਤਾ ਮਾਲਨ ਝਾਲਰ ਝਾਈ ਮੋਤੀਆਂ ਦੀਆਂ ਮਾਲਾਵਾਂ ਚਮਕਦੀਆਂ ਨਜ਼ਰ ਆਉਂਦੀਆਂ ਹਨ। ਦੂਸਰ ਦੀਪੇ ਤਿਨੇ ਕੀ ਨਿਆਈ ਕਹਿੰਦੇ ਉਹਨਾਂ ਮਣੀਆਂ ਨੂੰ ਵੇਖ ਕੇ ਇਉਂ ਜਾਪਦਾ ਜਿਵੇਂ ਕੋਈ ਦੂਸਰਾ ਸੂਰਜ ਪ੍ਰਕਾਸ਼ ਰਿਹਾ ਹੋਵੇ। ਚੀਰ ਪਰੋਜਨ ਰਚੇ ਸਰੋਜਾ ਬੜੇ ਸੋਹਣੇ ਬਸਤਰ, ਬੜੇ ਸੋਹਣੇ ਜਿਹੜੇ ਆਭੂਸ਼ਣ ਨੇ ਉਹ ਉੱਥੇ ਨਜ਼ਰ ਆਉਂਦੇ ਨੇ ਲੱਗੇ ਹੋਏ। ਜਿਨੇ ਬਿਲੋਕ ਲਜਾਏ ਮਨੋਜਾ ਐਸੇ ਸੁੰਦਰ ਨੇ ਜਿਨ੍ਹਾਂ ਨੂੰ ਵੇਖ ਕੇ ਕਾਮਦੇਵ ਵੀ ਲਜਾਏਮਾਨ ਹੋ ਜਾਵੇ। ਮੇਚਕ ਮਣੀ ਕੇ ਪ੍ਰਿੰਗੂ ਬਣਾਏ ਕਾਲੇ ਰੰਗ ਦੀਆਂ ਮਣੀਆਂ ਦੇ ਕਹਿੰਦੇ ਭੌਰੇ ਬਣਾਏ ਹੋਏ, ਜਿਵੇਂ ਕਹਿੰਦੇ ਡੁਪਲੀਕੇਟ ਭੌਰੇ ਹੁੰਦੇ ਨਾ, ਉਹ ਕਾਲੇ ਰੰਗ ਦੀਆਂ ਮਣੀਆਂ ਦੇ ਉਹ ਭੌਰੇ ਬਣਾਏ ਹੋਏ ਤੇ ਚਿੱਟੇ ਰੰਗ ਦੇ ਪੱਥਰਾਂ ਉੱਤੇ ਲਾਏ ਹੋਏ ਨੇ। ਰਚਰ ਰਚੇ ਰੁਚਰ ਛਬ ਕੌਣ ਗਨਾਏ ਜਿੰਨੇ ਸੋਹਣੇ ਉਹ ਰਚੇ ਹੋਏ ਨੇ, ਮਹਾ ਕਵੀ ਜੀ ਕਹਿੰਦੇ ਕੌਣ ਉਹਦੀ ਸੋਭਾ ਵਰਣਨ ਕਰਕੇ ਦੱਸੇ। बीच बचित्र बितान बनावा ਕਹਿੰਦੇ ਵਿੱਚ ਚੰਦੋਆ ਤਣਿਆ ਹੋਇਆ, ਕਹਿੰਦੇ ਸੱਚ ਦਾ ਚੰਦੋਆ ਉਹ ਤਣਿਆ ਹੋਇਆ। लगी डोर मखतूल सुहावा ਜਿਹੜੀ ਰੇਸ਼ਮ ਉੱਥੇ ਲੱਗੀ ਹੋਈ ਆ ਉਸ ਚੰਦੋਏ ਨੂੰ ਡੋਰਾਂ ਨਾਲ ਬੱਧਾ ਹੋਇਆ ਨਾ ਰੇਸ਼ਮ ਦੀਆਂ, ਉਹ ਰੇਸ਼ਮ ਦੀਆਂ ਡੋਰਾਂ ਵੀ ਅਨੋਖੀਆਂ ਜੀਆਂ ਨੇ, ਅਸਚਰਜ ਜੀਆਂ ਹਨ। सच खंड की उपमा जोई उचर सके अस कवि न कोई। ਸੱਚਖੰਡ ਦੀ ਜਿਹੜੀ ਉਪਮਾ ਹੈ, ਮਹਾਕਵੀ ਜੀ ਕਹਿੰਦੇ ਦੁਨੀਆ ਵਿੱਚ ਐਸਾ ਕੋਈ ਕਵੀ ਨਹੀਂ ਜਨਮਿਆ ਜਿਹੜਾ ਸੱਚਖੰਡ ਦੀ ਉਸ ਸੰਪੂਰਨ ਉਪਮਾ ਨੂੰ ਵਰਣਨ ਕਰਕੇ ਕਹਿ ਸਕੇ, ਨਹੀਂ ਕਹੀ ਜਾ ਸਕਦੀ। ਸੱਚਖੰਡ ਦੀ ਉਪਮਾ ਵਰਣਨ ਹੀ ਨਹੀਂ ਹੋ ਸਕਦੀ। जै कुंठित होए है मन बानी ਜਿੱਥੇ ਜਾ ਕੇ ਮਨ ਬਾਣੀ ਕੁੰਠਿਤ ਹੋ ਜਾਂਦੇ ਨੇ, ਯਾਨੀ ਕਿ ਸ਼ਬਦ ਮੁੱਕ ਜਾਂਦੇ ਆ, ਬਾਣੀ ਸਮਾਪਤ ਹੋ ਜਾਂਦੀ ਹੈ। ਜਿੱਥੇ ਮਨ ਬਾਣੀ ਇਹ ਸਮਾਪਤ ਹੋ ਜਾਂਦੇ, ਜੋ ਮਨ ਬਾਣੀ ਦਾ ਵਿਸ਼ਾ ਹੀ ਨਹੀਂ ਹੈ। कैसे परे तास गत जानी ਕਹਿੰਦੇ ਉਸ ਸੱਚਖੰਡ ਦੀ ਗੱਤ ਕਿਵੇਂ ਕੋਈ ਕਹੇ। मन ठहरावन हेत सुखारे ਕਹਿੰਦੇ ਹੁਣ ਕੋਈ ਆਖੇ ਜੇ ਨਹੀਂ ਕਹੀ ਜਾਂਦੀ ਤੇ ਕਿਉਂ ਕਹਿ ਰਹੇ ਹੋ ਸੱਚਖੰਡ ਦੀ ਇਹ ਵਡਿਆਈ। ਉਹ ਕਹਿੰਦੇ ਇਸ ਕਰਕੇ ਕਹਿ ਰਹੇ ਆ ਥੋੜੀ ਬਹੁਤ ਕਿ ਸਾਡਾ ਮਨ ਠਹਿਰ ਜਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਮਨ ਅੰਦਰ ਜਗਿਆਸਾ ਪੈਦਾ ਹੋ ਜਾਏ। ਮਨ 'ਚ ਜਗਿਆਸੂ ਦੇ ਸ਼ਰਧਾ ਭਾਵਨਾ ਬਣਾਉਣ ਲਈ
ਤਾਂ ਕਹਿ ਰਹੇ ਹਾਂ, ਉਦਾਂ ਕਹੀ ਜਾਂਦੀ ਨਹੀਂ, ਪਰ ਕਹਿ ਤਾਂ ਰਹੇ ਹਾਂ ਕਿ ਮਨ ਠਹਿਰ ਜਾਏ, ਇਹ ਮਨ ਨੂੰ ਤਾਂਘ ਪੈਦਾ ਹੋਵੇ। ਕਹੋ ਰੁਚਿਰਤਾ ਕੁਛ ਕੁ ਸੁਧਾਰੇ। ਥੋੜੀ ਬਹੁਤੀ ਉਪਮਾ ਮਾਂ ਕਵੀ ਜੀ ਕਹਿੰਦੇ ਮੈਂ ਵਰਣਨ ਕਰਕੇ ਸੁਣਾ ਰਿਹਾ। ਸਬਜ ਸ਼ਿਆਮ ਮਣੀ ਰੰਗ ਅਨੇਕਾ। ਕਹਿੰਦੇ ਜਿੱਥੇ ਹਰੇ ਤੇ ਕਾਲੇ ਰੰਗ ਦੀਆਂ ਅਨੇਕਾਂ ਮਣੀਆਂ ਚਮਕਦੀਆਂ ਨੇ, ਪਦਮ ਰਾਗ ਕੋ ਕਰੇ ਬਬੇਕਾ। ਜਿੱਥੇ ਪਦਮਨੀ ਰਾਗ ਦੇ ਕਹਿੰਦੇ ਵਿਵੇਕ ਹੋ ਰਹੇ ਹਨ, ਵਿਚਾਰਾਂ ਹੋ ਰਹੀਆਂ ਹਨ। ਫਰਸ਼ ਰੁਚਰ ਕੀਏ ਅਜਰ ਮਝਾਰੀ। ਜਿੱਥੇ ਬੜੇ ਸੋਹਣੇ ਫਰਸ਼ ਤੇ ਗਲੀਚੇ ਵਿਛੇ ਹੋਏ ਦਿਸਦੇ ਨੇ, ਅਦਭੁਤ ਦੇਖਤ ਹੀ ਮਨਹਾਰੀ। ਐਸੀ ਅਦਭੁਤ ਸੋਭਾ ਵੇਖਦੇ ਹੀ ਮਨ ਹਰਿਆ ਜਾਂਦਾ ਹੈ। ਮਦ ਸਿੰਘਾਸਨ ਸੁੰਦਰ ਸੋਏ। ਕਹਿੰਦੇ ਬੜਾ ਸੋਹਣਾ ਸਿੰਘਾਸਣ ਸੋਭਾਨੀਕ ਹੋ ਰਿਹਾ ਹੈ। ਪਾਨ ਅਨਿਕ ਨਾ ਪਟੰਤਰ ਕੋ ਹੈ। ਕਹਿੰਦੇ ਕਰੋੜਾਂ ਸੂਰਜ ਵੀ ਉਸ ਸਿੰਘਾਸਣ ਦੀ ਸੋਭਾ ਦੇ ਬਰਾਬਰ ਤੁਲ ਨਹੀਂ ਪੁੱਜਦੇ। ਸਦਾ ਸੱਚ ਦਾ ਨੰਦ ਕਿਰਪਾਲਾ। ਜਿੱਥੇ ਸਦਾ ਸੱਚ ਚੇਤਨ ਆਨੰਦ ਸਰੂਪ ਕਿਰਪਾਲੂ ਸਾਹਿਬ ਜੀ ਵਸਦੇ ਨੇ, ਤੈਂ ਪਰ ਬੈਠੇ ਸੁਖ ਦੇ ਅਕਾਲਾ। ਉੱਥੇ ਅਕਾਲ ਪੁਰਖ ਜੀ ਸੁਖਦ ਹੋ ਕੇ ਬੈਠੇ ਹਨ। ਬ੍ਰਿੰਦ ਤੜਤ ਕੀ ਛਟਾ ਸਮੇਟੀ। ਕਹਿੰਦੇ ਕਰੋੜਾਂ ਬਿਜਲੀਆਂ ਦੀ ਚਮਕ, ਕਰੋੜਾਂ ਅਰਬਾਂ ਖਰਬਾਂ ਬਿਜਲੀਆਂ ਦੀ ਚਮਕ ਨੂੰ ਸਮੇਟ ਕੇ ਬੈਠੇ ਹੋਏ ਨੇ। ਜਨ ਸੋਏ ਕਨ ਕਟਾ ਸੇਟੀ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਬਹੁਤ ਪ੍ਰਕਾਰ ਦੇ ਘਣਾ ਦੀ ਜਿਹੜੀ ਛਟਾ ਹੈ, ਚਮਕ ਹੈ, ਉਹਨੂੰ ਇਕੱਠਿਆਂ ਕੀਤਾ ਹੋਵੇ। ਜਨ ਰਵ ਬਿਦ ਬੋ ਹੈ ਇੱਕ ਠਾਈ। ਜਾਂ ਇਸ ਤਰ੍ਹਾਂ ਕਹਿ ਲਈਏ ਵਿਧਾਤੇ ਨੇ ਕਰੋੜਾਂ ਸੂਰਜ ਇੱਕੋ ਜਗ੍ਹਾ ਤੇ ਰਚ ਕੇ ਬਣਾ ਦਿੱਤੇ ਹਨ। ਨੀਲ ਮਣਨ ਗਿਰਲੀ ਨੀ ਉਚਾਈ। ਜਾਂ ਇਸ ਤਰ੍ਹਾਂ ਕਹਿ ਲਈਏ ਨੀਲੀਆਂ ਮਣੀਆਂ ਦਾ ਕੋਈ ਪਹਾੜ ਹੈ ਜਿਹੜਾ ਉੱਥੇ ਪਿਆ ਚੁੱਕਿਆ ਹੋਇਆ ਹੈ। ਪਦ ਅਰਬਿੰਦ ਮ੍ਰਿਦੁਲ ਅਰੁਨਾਰੇ। ਕਹਿੰਦੇ ਅਕਾਲ ਪੁਰਖ ਜੀ ਪ੍ਰਕਾਸ਼ ਰੂਪ ਨੇ, ਪ੍ਰਕਾਸ਼ ਰੂਪ ਨੇ। ਗੱਲਬਾਤ ਕਰਨ ਲਈ ਆਕਾਰ ਵਿੱਚ ਤਾਂ ਆਉਣਾ ਪਵੇਗਾ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਿਰਾਕਾਰ ਨੇ, ਪਰ ਨਿਰਾਕਾਰ ਨੇ ਗੁਰੂ ਨਾਨਕ ਸਾਹਿਬ ਨਾਲ ਗੱਲ ਕਿਵੇਂ ਕਰਨੀ ਹੈ, ਉਹਦੇ ਲਈ ਆਕਾਰ ਤਾਂ ਉਸ ਵੇਲੇ ਬਣਾਉਣਾ ਪਵੇਗਾ। ਤੋ ਨਿਰਾਕਾਰ ਅਕਾਲ ਪੁਰਖ ਜੀ ਨੇ ਆਪਣਾ ਆਕਾਰ ਕੀਤਾ। ਫਿਰ ਉਸ ਵੇਲੇ ਉਸੇ ਵਕਤ ਗੱਲ ਕਰਨੀ ਸੀ, ਬਚਨ ਕਰਨੇ ਸਨ, ਦਰਸ਼ਨ ਕਰਨੇ ਸਨ, ਦੇਣੇ ਸਨ। ਤੋ ਉੱਥੇ ਅਕਾਲ ਪੁਰਖ ਜਨਮ ਸਾਖੀ 'ਚ ਲਿਖਦੇ ਆ ਕਿ ਅਕਾਲ ਪੁਰਖ ਨੇ ਕਿਹਾ ਮੈਂ ਨਿਰੰਕਾਰ, ਤੂੰ ਨਾਨਕ ਨਿਰੰਕਾਰੀ, ਤੇਰੇ ਤੋਂ ਔਰ ਮੇਰੇ ਤੋਂ ਕਿਸੇ ਪ੍ਰਕਾਰ ਦਾ ਕੋਈ ਵਖਰੇਵਾ ਨਹੀਂ, ਭੇਦ ਨਹੀਂ, ਦੋਵੇਂ ਇੱਕ ਰੂਪ ਹਾਂ। ਮੈਂ ਨਿਰਾਕਾਰ ਹਾਂ, ਤੂੰ ਆਕਾਰ ਧਾਰਨ ਕੀਤਾ ਹੈ। ਤੋ ਗੱਲਬਾਤ ਹੋ ਰਹੀ ਹੈ, ਬਚਨ ਹੋ ਰਹੇ ਨੇ। ਕਿਉਂ ਹੋ ਰਹੇ ਨੇ? ਸਾਡੇ ਵਰਗਿਆਂ ਦੇ ਅੰਦਰ ਜਗਿਆਸਾ ਪੈਦਾ ਕਰਨ ਲਈ, ਕਿ ਜਗਿਆਸੂਆਂ ਅੰਦਰ ਸ਼ਰਧਾ ਭਾਵਨਾ ਜਾਗੇ ਕਿ ਅਸੀਂ ਉਸ ਨਿਰੰਕਾਰ ਦੇ ਸਰੂਪ 'ਚ ਭੇਦ ਹੋਣਾ। ਸਾਨੂੰ ਭਾਵਨਾ ਬਣਾਉਣ ਵਾਸਤੇ, ਸਾਡੀ ਸ਼ਰਧਾ ਜਗਾਉਣ ਵਾਸਤੇ ਸਤਿਗੁਰੂ ਜੀ ਨੇ ਲੀਲਾ ਰਚੀ ਆ, ਗੁਰੂ ਨਾਨਕ ਸਾਹਿਬ ਨੇ। ਤੋ ਨਿਰੰਕਾਰ ਨੇ ਆਕਾਰ ਬਣਾਇਆ। ਸ਼ੋਭਾ ਨਖਨ ਸਕਲ ਸਸਹਾਰੇ। ਅਕਾਲ ਪੁਰਖ ਜੀ ਦੇ ਚਰਨ ਆਹਾ ਇਤਨੇ ਸੁੰਦਰ, ਜਿਨ੍ਹਾਂ ਦੇ ਨੋਹਾਂ ਦੀ ਸੋਭਾ ਇਤਨੀ ਸੁੰਦਰ ਹੈ, ਕਰੋੜਾਂ ਬਿਜਲੀਆਂ ਦੀ ਚਮਕ ਉਹਨਾਂ ਨੋਹਾਂ ਦੇ ਬਰਾਬਰ ਨਹੀਂ ਪੁੱਜਦੀ। ਬਸੇ ਸਦੀਵ ਮੁਨੀ ਮਨ ਜੋਗੀ। ਕਰੋੜਾਂ ਚੰਦਰਮਾ ਦੇ ਪ੍ਰਕਾਸ਼ ਫਿੱਕੇ ਪੈਂਦੇ ਨੇ ਐਸੇ ਚਰਨ ਜਿਹੜੇ ਯੋਗੀਸ਼ਵਰਾਂ ਤੇ ਮੁਨੀਆਂ ਦੇ ਮਨਾਂ ਵਿੱਚ ਵਸਦੇ ਹਨ। ਤਰੇ ਸਮਾਦ ਧਿਆਨ ਰਸ ਭੋਗੀ। ਔਰ ਉਹਦਾ ਧਿਆਨ ਧਾਰਨ ਕਰਕੇ ਸਮਾਧੀ ਦਾ ਰਸ ਭੋਗਦੇ ਨੇ ਯੋਗੀ ਜਨ। ਨੂਪਰ ਮਣੀ ਮੈਂ ਬਨੇ ਮਨੋਗਾ। ਆਹ ਬੜੇ ਸੁੰਦਰ ਚਰਨ ਨੇ ਜਿਨ੍ਹਾਂ ਵਿੱਚ ਮਣੀਆਂ ਨਜ਼ਰ ਆਉਂਦੀਆਂ ਹਨ। ਜਿਨ ਕੋ ਸ਼ਬਦ ਸੁਖਦ ਤੇ ਲੋਗਾ। ਉਹ ਮਣੀਆਂ ਕਹਿੰਦੇ ਆਭੂਸ਼ਣਾਂ ਵਿੱਚ ਚਮਕਦੀਆਂ, ਏਦਾਂ ਖੜਕਦੀਆਂ ਨੇ ਜਿਸ ਦੀ ਆਵਾਜ਼ ਨੂੰ ਸੁਣ ਕੇ ਤਿੰਨੇ ਲੋਕ ਮੋਹੇ ਜਾਂਦੇ ਹਨ। ਸੁੰਦਰ ਜੰਗ ਸਰਸ ਕਦਲੀ ਕੀ। ਕਹਿੰਦੇ ਸੁੰਦਰ ਜੰਗ ਆ ਜਿਵੇਂ ਕੇਲੇ ਦਾ ਦਰਖਤ ਹੁੰਦਾ ਹੈ। ਚਲਿਤ ਲਲਿਤ ਗਤ ਭਾਵਤ ਜੀ ਕੀ। ਗੁਰੂ ਨਾਨਕ ਸਾਹਿਬ ਦਾ ਵੀ ਸਰੂਪ, ਉਧਰ ਜੋ ਨਿਰੰਕਾਰ ਦਾ ਸਰੂਪ ਹੈ, ਇਧਰ ਗੁਰੂ ਨਾਨਕ ਸਾਹਿਬ ਦਾ ਵੀ ਉਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭੇਦ ਨਹੀਂ ਹੈ, ਫਰਕ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਜੀ ਜਦੋਂ ਚੱਲਦੇ ਨੇ,
ਆਹ ਐਸੀ ਸੁੰਦਰ ਚਾਲ ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ ਤੇਰੀ ਚਾਲ ਸੁਹਾਵੀ। ਬੜੀ ਸੁੰਦਰ ਚਾਲ ਮਹਾਰਾਜ ਜੀ ਟੁਰਦੇ ਹਨ। ਪ੍ਰਥੁਲ ਨਿਤੰਬ ਪੀਤ ਕਟ ਧੋਤੀ। ਉਧਰ ਅਕਾਲ ਪੁਰਖ ਜੀ ਨੇ ਵੀ ਬੜਾ ਸੋਹਣਾ ਸਰੂਪ ਬਣਾਇਆ, ਪੀਤ ਬਸਨ ਧਾਰਨ ਕੀਤੇ ਹਨ। ਛੋਦਰ ਕੰਟਕਾ ਮਣੀ ਮੈਂ ਜੋਤੀ। ਲੱਕ ਦੇ ਨਾਲ ਤੜਾਗੀ ਬੱਧੀ ਹੋਈ ਹੈ, ਜਿਹਦੇ ਵਿੱਚ ਮਣੀਆਂ ਲੱਗੀਆਂ ਹੋਈਆਂ ਨੇ। ਉਦਰ ਰੇਖ ਤ੍ਰੈ ਨਾਭ ਗੰਭੀਰਾ। ਪੇਟ ਦੀ ਜਿਹੜੀ ਨਾਭੀ ਆ ਉਹ ਬੜੀ ਗੰਭੀਰ ਡੂੰਗੀ ਹੈ। ਮਨੋ ਭ੍ਰਮਰੀ ਜਮਨਾ ਨੀਰਾ। ਕਹਿੰਦੇ ਪੇਟ ਦੇ ਵਿੱਚ ਜਿਹੜੀ ਨਾਭੀ ਆ ਨਾ ਧੁੰਨੀ ਅਕਾਲ ਪੁਰਖ ਜੀ ਦੀ ਇੰਨੀ ਗੰਭੀਰ ਹੈ, ਕਹਿੰਦੇ ਮਾਨੋ ਜਿਵੇਂ ਕਿਸੇ ਪਾਣੀ ਦੇ ਵਿੱਚ ਤੁਸੀਂ ਘੁੰਮਣ ਘੇਰੀ ਨਹੀਂ ਵੇਖਦੇ, ਬੜੀ ਡੂੰਗੀ ਨੂੰ ਹੋ ਕੇ ਜਾਂਦੀ, ਕਹਿੰਦੇ ਏਦਾਂ ਦੀ ਹੈ। ਕਿਦੋਂ ਕਾਮ ਕੋ ਕੂਪ ਸੁਹਾਵਾ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਕਾਮ ਦਾ ਖੂਹ ਹੋਵੇ। ਵਖ ਸਥਲ ਆਯੁਤ ਛਬ ਪਾਵਾ। ਪੱਖੀਆਂ ਦਾ ਸਥਲ ਚੌੜਾ ਨਜ਼ਰ ਆਉਂਦਾ ਹੈ। ਹਾਥੀ ਹਾਥ ਸਰਬ ਪੁਜ ਦੰਡਾ। ਤੇ ਬਾਹਾਂ ਏਦਾਂ ਨੇ ਜਿਵੇਂ ਹਾਥੀ ਦੀ ਸੁੰਡ ਹੋਵੇ ਲੰਮੀਆਂ। ਦੁਸ਼ਟਨ ਖੰਡਨ ਕੋ ਬਰ ਬੰਡਾ। ਜਿਹੜੀਆਂ ਦੁਸ਼ਟਾਂ ਨੂੰ ਖੰਡਣ ਵਾਸਤੇ ਭਾਰੀਆਂ ਆਜਾਨ ਬਾਹਾਂ ਹਨ। ਅੰਗਦ ਕਟਕ ਮੁਦ੍ਰਿਕਾ ਜੇ। ਇਹਨਾਂ ਬਾਹਾਂ ਨੂੰ ਵੇਖ ਕੇ ਆਖਿਆ ਕਲਗੀਧਰ ਨੇ, ਭਾਰੀ ਭੁਜਾਨ ਕੋ ਭਾਰੀ ਪਰੋਸੋ। ਭਾਰੀ ਭੁਜਾਨ ਕੋ ਭਾਰੀ ਪਰੋਸੋ। ਆਹਾ ਭਾਰੀਆਂ ਬਾਹਾਂ, ਬਲੀ ਬਾਹਾਂ ਤੇਰੀਆਂ, ਉਹਨਾਂ ਬਲੀਆਂ ਬਾਹਾਂ ਤੇ ਮੈਨੂੰ ਬੜਾ ਵੱਡਾ ਭਰੋਸਾ ਹੈ। ਉਹ ਬਾਹਾਂ ਗੋਡਿਆਂ ਤੱਕ ਪਲਮਦੀਆਂ, ਹਾਥੀ ਦੀ ਸੁੰਡ ਸਮਾਨ ਨੇ। ਪੈਰੇ ਪੇਖਤ ਮਨ ਹਰ ਲਈ। ਜਿਹੜਾ ਵੇਖਦਾ ਉਹਦਾ ਮਨ ਹਰਿਆ ਜਾਂਦਾ ਹੈ। ਕਰ ਕਮਲਨ ਮੈਂ ਸ਼ਸਤਰ ਸੁਹਾਏ। ਅਕਾਲ ਪੁਰਖ ਜੀ ਦੇ ਹੱਥਾਂ 'ਚ ਸ਼ਸਤਰ ਸੋਭਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਮਹਾਰਾਜ ਜੀ ਨੇ ਆਖਿਆ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦ ਲਿਓ ਉਭਾਰੀ। ਜੇ ਅਸਕੇਤ ਕਿਹਾ, ਖੜਗ ਕੇਤ ਕਿਹਾ, ਉਹ ਅਕਾਲ ਪੁਰਖ ਜੀ ਦੇ ਹੱਥਾਂ ਵਿੱਚ ਸ਼ਸਤਰ ਸੋਭਨੀਕ ਹਨ। ਜਿਨੇ ਬਿਲੋਕਤ ਸ਼ਤਰੂ ਪਲਾਏ। ਇਹਨਾਂ ਨੂੰ ਵੇਖ ਕੇ ਦੁਸ਼ਮਣ ਲੜਨ ਦੀ ਹਿੰਮਤ ਨਹੀਂ ਕਰਦਾ, ਭੱਜ ਹੀ ਜਾਂਦਾ, ਨੱਠ ਹੀ ਜਾਂਦਾ। ਚਾਰ ਪੂਜਾ ਸੋਇ ਤੇ ਅਤ ਚਾਰੂ। ਆ ਬੜੀਆਂ ਸੋਹਣੀਆਂ ਬਾਹਾਂ ਅਕਾਲ ਪੁਰਖ ਜੀ ਦੀਆਂ ਸੁੰਦਰ ਸ਼ੋਭਨੀਕ ਹਨ। ਉਨਤ ਸਿਕੰਦ ਬ੍ਰਿਖਬ ਅਨੁਹਾਰੂ। ਮੋਢੇ ਉੱਚੇ ਨੇ, ਜਿਵੇਂ ਬਲਦ ਦੇ ਉੱਚੀਆਂ ਹੁੱਡਾਂ ਹੁੰਦੀਆਂ ਨੇ ਨਾ, ਏਦਾਂ ਉੱਚੇ ਮੋਢੇ ਹਨ। ਪੀਤ ਬਸਨ ਜਿਨ ਪਰ ਅਤ ਸੋਏ। ਪੀਲੇ ਕੇਸਰੀ ਰੰਗ ਦੇ ਵਸਤਰ ਸਰੀਰ ਤੇ ਸੋਭਦੇ ਹਨ। ਤੜਤਾ ਕੀ ਛਬ ਕੋ ਜੋ ਮੋਹੇ। ਕੇਸਰੀ ਰੰਗ ਦੇ ਵਸਤਰ ਇਉਂ ਸੋਭਦੇ ਆ ਸਰੀਰ ਤੇ, ਮਾਨੋ ਜਿਵੇਂ ਕਰੋੜਾਂ ਬਿਜਲੀਆਂ ਨੇ ਇਕੱਠਾ ਕਰਕੇ ਆਪਣਾ ਸਰੂਪ ਧਾਰਨ ਕੀਤਾ ਹੋਵੇ ਵਸਤਰਾਂ ਦਾ। ਉਰ ਪਰ ਬਨੀ ਲਲਿਤ ਬਨ ਮਾਲਾ। ਗਲ ਵਿੱਚ ਬੜੀ ਸੁੰਦਰ ਮਾਲਾ ਧਾਰਨ ਕੀਤੀ ਹੋਈ ਆ ਨਿਰੰਕਾਰ ਜੀ ਨੇ। ਕੰਬ ਗ੍ਰਵ ਤ੍ਰੈ ਰੇਖ ਬਿਸਾਲਾ। ਕੰਬੂ ਗਰੀਬ ਕਹਿੰਦੇ ਲੰਮੀ ਧੌਣ ਹੈ, ਉਹਦੇ ਵਿੱਚ 3 ਰੇਖਾਵਾਂ ਜਿਹੜੀਆਂ ਨੇ ਗਰਦਨ ਵਿੱਚ, ਉਹ ਨਜ਼ਰ ਆਉਂਦੀਆਂ ਹਨ। ਸਰੂਪ ਦੇ ਉੱਤੇ ਕੇਸਾਧਾਰੀ ਸਵਰੂਪ ਹੈ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਐਸਾ ਸਵਰੂਪ ਹੈ। ਚਾਰੂ ਚਿਬਕ ਉਪਮਾਨ ਅਭਿਸ਼ੇਖੀ। ਬੜੀ ਸੁੰਦਰ ਚੌੜੀ ਠੋਡੀ ਹੈ। ਸੋ ਜਾਣੇ ਜਿਨ ਨੈਨੋ ਦੇਖੀ। ਕਵੀ ਜੀ ਕਹਿੰਦੇ, ਮੈਂ ਕੀ ਦੱਸਾਂ ਭਾਈ, ਜਿਨ੍ਹਾਂ ਵੇਖਿਆ ਉਹੀ ਜਾਣਦੇ ਐ, ਜਿਨ੍ਹਾਂ ਦਰਸ਼ਨ ਕੀਤੇ ਐ ਉਹੀ ਜਾਣਦੇ ਹਨ। ਅਤ ਸੁੰਦਰ ਮ੍ਰਿਦ ਬੋਲੇ ਕਪੋਲਾ। ਅਤ ਸੁੰਦਰ ਬੋਲ ਨੇ, ਮੁਖੋਂ ਬੋਲਦੇ। ਮੰਦ ਮੰਦ ਮੁਸ਼ਕਾਨ ਅਮੋਲਾ। ਸਹਿਜੇ ਸਹਿਜੇ ਮੁਸਕਰਾ ਰਹੇ ਹਨ। ਕੋਟ ਮੇ ਅੰਕਨ ਸਮਮੁਖ ਮੰਡਲ। ਚੰਦਰਮਾ ਜੈਸੀ ਸੁੰਦਰ ਸੋਭਾ ਚਿਹਰੇ ਤੇ। ਮਕਰਾ ਕ੍ਰਿਤ ਸੋਇਤ ਸ਼ਰੁਤ ਕੁੰਡਲ। ਇਹ ਸੁੰਦਰ ਸੋਭਾ ਤੇ ਆਭਾ ਦੇ ਸਹਿਤ ਚਿਹਰਾ ਦਗ ਦਗ ਕਰ ਰਿਹਾ ਹੈ। ਉਤਪਲ ਦਲ ਪਰ ਫੁੱਲਿਤ ਲੋਚਨ। ਤੇ ਕਮਲ ਦੇ ਫੁੱਲ ਦੀਆਂ ਪੰਖੜੀਆਂ ਸਮਾਨ ਨੇਤਰ ਖਿੜੇ ਹੋਏ ਨੇ ਅਕਾਲ ਪੁਰਖ ਜੀ ਦੇ। ਭਗਤਨ ਕੇਰੋ ਤਾਪ ਤ੍ਰੈ ਮੋਚਨ। ਐਸੇ ਨੇਤਰ ਜਦੋਂ ਆਪਣੇ ਭਗਤਾਂ ਵੱਲ ਵੇਖਦੇ, ਉਹਨਾਂ ਦੇ ਤਿੰਨੇ ਤਾਪ ਹੀ ਨਿਵਾਰ ਦਿੰਦੇ।
ਤਿੰਨੇ ਤਾਪ ਹੀ ਹਰ ਲੈਂਦੇ। ਕਿਰਪਾ ਪਰੀ ਬੋ ਚਾਰੂ ਚਿਤੋਨੰ ਕਿਰਪਾ ਭਰੇ ਰਸੀਲੇ ਨੇਤਰਾਂ ਨਾਲ ਵੇਖਦੇ ਹਨ। ਬਾਕੀ ਕੋਰਮਾ ਸੁਖ ਪੌਨੰ ਟੇਢੀ ਭੌਂ ਕਰਕੇ ਜਦੋਂ ਵੇਖਦੇ ਆ ਤੇ ਬਸ ਕਰਤਾਰਥ ਹੀ ਕਰ ਦਿੰਦੇ ਆ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰੇ ਉਹਦੀਆਂ ਬਖਸ਼ਿਸ਼ਾਂ ਕਰਦੇ ਹਨ। ਮੇਚਕ ਕੱਚ ਕੁੰਤਲ ਕੁੰਗਰਾਰੇ ਕਾਲੇ ਰੰਗ ਦੇ ਕੇਸ ਨੇ ਕੁੰਗਰਾਲੇ ਹਨ। ਮਧੁਪਨ ਕੀ ਦੁਤੀ ਜਿਨ ਪਿਖਹਾਰੇ ਤੇ ਕੰਨਾਂ ਦੇ ਕੋਲੋਂ ਦੋ ਕੇਸ ਨਿਕਲ ਕੇ ਨਾ, ਕੇਸਾਂ ਦੀ ਇੱਕ ਲੱਟ ਉਹ ਨਿਕਲ ਕੇ ਬਾਹਰ ਏਦਾਂ ਨੂੰ ਆਈ ਹੋਈ ਇਉਂ ਜਾਪਦੀ ਆ ਜਿਵੇਂ ਕੋਈ ਭਵਰੇ ਮੰਡਰਾ ਰਹੇ ਹੋਣ। ਭਾਲ ਵਿਸਾਲ ਕਰੀਟ ਸੁਹਾਵਾ ਚੌੜਾ ਮੱਥਾ ਤੇ ਸੀਸ ਤੇ ਕਲਗੀ ਜਗ੍ਹਾ ਸੋਭ ਰਹੀ ਐ। ਛਤਰ ਚੰਦਰਮਾ ਦੇਖ ਲਜਾਵਾ ਸੀਸ ਤੇ ਬੜਾ ਸੋਹਣਾ ਸੋਨੇ ਦਾ ਛਤਰ ਹੈ ਜਿਸ ਨੂੰ ਚੰਦਰਮਾ ਵੀ ਵੇਖ ਕੇ ਲਜਾਏਮਾਨ ਹੁੰਦਾ ਹੈ। ਚੌਰ ਟੁਰਤ ਚੋਂ ਦਿਸ਼ ਤੇ ਚਾਰੂ ਤੇ ਚਵਰ ਝੁੱਲ ਰਿਹਾ ਸੀਸ ਤੇ ਬੜਾ ਸੁੰਦਰ। ਮਨੋ ਪਾਨ ਕਰ ਪ੍ਰਭਾ ਅਪਾਰੂ ਮਾਨੋ ਜਿਵੇਂ ਸੂਰਜ ਨੇ ਹੀ ਆਪਣੀ ਪ੍ਰਭਾ ਧਾਰਨ ਕੀਤੀ ਹੋਵੇ। ਮੈਂ ਮਾਤੇ ਕਹਿ ਕੌਣ ਸਕਾਈ ਕੌਣ ਹੈ ਐਸਾ ਜਿਹੜਾ ਐਸੇ ਸਰੂਪ ਦੀ ਮਹਿਮਾ ਕਹਿ ਸਕੇ। ਕੋਟ ਸ਼ੇਖ ਸਾਰਦ ਸकुचाई ਕਰੋੜਾਂ ਸ਼ੇਸ਼ ਨਾਗ, ਇੱਕ ਸ਼ੇਸ਼ ਨਾਗ ਹਜ਼ਾਰ ਮੂੰਹਾਂ ਨਾਲ ਹਜ਼ਾਰ ਨਾ ਕਹਿੰਦਾ ਰੋਜ਼। ਮਹਾਰਾਜ ਜੀ ਕਵੀ ਜੀ ਕਹਿੰਦੇ ਕਰੋੜਾਂ ਸ਼ੇਸ਼ ਨਾਗ ਇਕੱਠੇ ਹੋ ਕੇ, ਕਰੋੜਾਂ ਸ਼ਾਰਦਾਵਾਂ ਜਿਹੜੀਆਂ ਬਾਣੀ ਦੀਆਂ ਦੇਵੀਆਂ ਮੰਨੀਆਂ ਜਾਂਦੀਆਂ ਇਕੱਠੀਆਂ ਹੋ ਕੇ ਆਪਣੇ ਕਰੋੜਾਂ ਮੂੰਹਾਂ ਨਾਲ ਅਕਾਲ ਪੁਰਖ ਜੀ ਦੀ ਉਪਮਾ ਕਰਨ, ਫਿਰ ਵੀ ਉਹ ਅੰਤ ਨਹੀਂ ਪਾ ਸਕਦੇ। ਸ਼ੇਸ਼ ਸਹਿਸ ਪੁਨ ਰਟਤ ਤਦਪ ਤੁਮ ਅੰਤ ਨਾ ਪਾਵਤ। ਸਾਰਸਤੀ ਬਖਤਾ ਕਰ ਕੈ जुग कोट गणेश के हाथ लखै हों। सारस्वती भक्ता काट विनाश पति से गरी लिख बेहू के लेखन काज बनै हो। कहते आ जिन्नी बनस्पति कट के दी कलम बढ़ाईए, कलमा मुक्कण ही ना, ते 7 समुद्रां दी स्याही बनाईए ਤੇ ਫਿਰ ਗਣੇਸ਼ ਕਰੋੜਾਂ ਲਾ ਦਈਏ ਲਿਖਣ, ਕਿਉਂਕਿ ਗਣੇਸ਼ ਬੜਾ ਵੱਡਾ ਲਿਖਾਰੀ ਹੈ। ਕਹਿੰਦੇ ਕਰੋੜਾਂ ਗਣੇਸ਼ ਲਾ ਦਈਏ ਲਿਖਣ ਤੇ ਬਾਣੀ ਦੀ ਦੇਵੀ ਸਰਸਵਤੀ ਨੂੰ ਕਹੀਏ ਵੀ ਤੂੰ ਬੋਲੀ ਚੱਲ ਤੇ ਅਕਾਲ ਪੁਰਖ ਦੀ ਸਿਪ ਉਪਮਾ ਆ ਧਰਤੀ ਨੂੰ ਕਾਗਜ਼ ਬਣਾ ਕੇ ਇਹਦੇ ਤੇ ਲਿਖੀ ਜਾਈਏ, ਫਿਰ ਵੀ ਉਹਦਾ ਅੰਤ ਨਹੀਂ ਪੈਂਦਾ। ਫਿਰ ਵੀ ਕਹਿਣਾ ਪੈਂਦਾ ਹੈ ਪ੍ਰਭੂ ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਨੇਤ ਨੇਤ ਜੈ ਵੇਦ ਪੁਕਾਰਾ ਜਿਸ ਨੂੰ ਵੇਦ ਵੀ ਨੇਤ ਨਾ ਇਤੀ ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਇਹ ਪੁਕਾਰਦੇ ਹਨ। ਸਭ ਕਵ ਕੋਵਿਦ ਲੈਤ ਨ ਪਾਰਾ ਸਾਰੇ ਕਵੀ, ਸਾਰੇ ਵਿਦਵਾਨ, ਸਾਰੇ ਮਹਾਂਪੁਰਸ਼, ਸਾਰੇ ਪੰਡਤ, ਸਾਰੇ ਧਨੰਤਰ ਇਕੱਠੇ ਹੋ ਕੇ ਉਹਦੀ ਸੋਭਾ ਕਰਨ, ਫਿਰ ਵੀ ਉਹਦਾ ਅੰਤ ਨਹੀਂ ਪੈਂਦਾ। ਮੈਂ ਮਤ ਮੰਦ ਕਹਾਂ ਲਗ ਬਰਨੋ ਕਵੀ ਜੀ ਕਹਿੰਦੇ ਮੈਂ ਤਾਂ ਨਿੱਕੀ ਜੀ ਮੱਤ ਵਾਲਾ, ਥੋੜੀ ਜੀ ਬੁੱਧੀ ਵਾਲਾ ਜੀਵ ਆ, ਮੈਂ ਕਿੱਥੇ ਕਰਕੇ ਉਪਮਾ ਕਹਾਂਗਾ। ਸਿੰਧ ਪਾਰ ਜਿਵ ਕੀਟੀ ਤਰਨੋ ਕਹਿੰਦੇ ਜਿਵੇਂ ਕੀੜੀ ਸਮੁੰਦਰ ਨਹੀਂ ਪਾਰ ਕਰ ਸਕਦੀ। ਮਸ਼ਕ ਮੇਰ ਕਿਵ ਸਕੇ ਉਠਾਈ ਭਲਾ ਦੱਸੋ ਵੀ ਨਿੱਕਾ ਜਿਹਾ ਮੱਛਰ ਸੁਮੇਰ ਪਰਬਤ ਨੂੰ ਕਿਵੇਂ ਚੁੱਕੇ। ਕਿਉਂ ਨਭ ਅੰਤ ਜੰਤ ਲਗੁ ਪਾਈ ਇੱਕ ਛੋਟੀ ਜੀ ਭੰਬੀਰੀ ਆਕਾਸ਼ ਵਿੱਚ ਉੱਡ ਕੇ ਆਕਾਸ਼ ਦਾ ਕੀ ਅੰਤ ਪਾ ਸਕਦੀ ਹੈ। ਜੈ ਸੱਤਾ ਕੇ ਅਜਾ ਅਲੰਬਾ ਕਹਿੰਦੇ ਜਿਸ ਸੱਤਾ ਦੇ ਆਸਰੇ ਬ੍ਰਹਮਾ ਕਰੋੜਾਂ ਸਰਜੇ ਹੋਏ ਨੇ। ਸਿਰਜਤ ਬ੍ਰਹਮੰਡ ਕਦੰਬਾ ਜਿਸ ਦੀ ਸੱਤਾ ਲੈ ਕੇ ਬ੍ਰਹਮਾ ਕਰੋੜਾਂ ਬ੍ਰਹਮੰਡ ਸਿਰਜਦਾ ਹੈ। ਏਕ ਰੋਮ ਮੈਂ ਵਿਸ਼ਨ ਅਨੇਕਾ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਵਿਸ਼ਨੂੰ ਨਾ, ਕਰੋੜਾਂ ਵਿਸ਼ਨੂੰ ਅਕਾਲ ਪੁਰਖ। ਕਾਲ ਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼, ਜਿਹਦੇ ਇੱਕ ਇੱਕ ਰੋਮ ਚ ਕਰੋੜਾਂ ਵਿਸ਼ਨੂੰ ਵਸਦੇ ਹਨ। ਵਿਦ ਸ਼ਿਵ ਬੋ ਕੋ ਕਰੇ ਬੱਬੇਕਾ ਜਿਹੜਾ ਅਨੇਕਾਂ ਵਿਦ ਕਹੀਏ ਬ੍ਰਹਮਾ ਤੇ ਵਿਸ਼ਨੂੰ ਤੇ ਸ਼ਿਵਾ ਨੂੰ ਰਚਨ ਵਾਲਾ ਹੈ। ਬ੍ਰਿਖ ਉਦੰਬਰ ਜੋ ਜੈ ਕਾਇਆ ਆਤਮਾ ਗੁੱਲਰ ਦੇ ਦਰਖਤ ਵਾਂਗੂ ਹੈ। ਲਾਗੇ ਫਲ ਬ੍ਰਹਮੰਡ ਨਿਕਾਇਆ ਉਸ ਗੁੱਲਰ ਦੇ ਦਰਖਤ ਨੂੰ ਆ ਕਰੋੜਾਂ ਬ੍ਰਹਮੰਡ ਰੂਪੀ ਗੁੱਲਰ ਦੇ ਬੂਟੇ ਫੁੱਲ ਲੱਗੇ ਹੋਏ ਨੇ। ਉਤਪਤ ਪਾਲਨ ਅਰਸਾਂ
ਕਰਤਾ ਜਿਹੜਾ ਪੈਦਾ ਕਰਦਾ, ਪਾਲਣਾ ਕਰਦਾ ਤੇ ਸੰਘਾਰ ਕਰਦਾ ਹੈ। ਤੀਨ ਦੇਵ ਸਭ ਮੈਂ ਅਸ ਕਰਤਾ ਜਿਹੜਾ ਤਿੰਨਾਂ ਦੇਵਾਂ ਦਾ ਵੀ ਕਰਤਾ ਅਕਾਲ ਪੁਰਖ ਹੈ। ਜੇ ਸਥਾਨ ਬੈਸੇ ਜਗ ਰਾਈ ਕਹਿੰਦੇ ਉਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਪਹੁੰਚੇ ਹਨ। ਤੇ ਪਹੁੰਚੇ ਸਿੱਖਨ ਸੁਖਦਾਈ ਸਿੱਖਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਉੱਥੇ ਆਏ। ਤੀਨ ਡੰਡੋਤ ਜੋਰ ਜੁਗ ਆਤਾ ਨਿਰੰਕਾਰ ਅਕਾਲ ਪੁਰਖ ਜੀ ਨੂੰ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੇ ਪ੍ਰਣਾਮ ਕੀਤੀ। ਉੱਥੇ ਉਹੀ ਪਹੁੰਚ ਸਕਦਾ ਹੈ ਜਿਹੜਾ ਉਹ ਹੋ ਗਿਆ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਜਿੱਥੇ ਪਹੁੰਚਿਆ ਸਤਿਗੁਰੂ, ਉੱਥੇ ਉਹੀ ਪਹੁੰਚ ਸਕਦਾ ਜਿਹੜਾ ਉਹੀ ਹੈ। ਉਹਦੇ ਤੋਂ ਵੱਖਰਾ ਕੋਈ ਉੱਥੇ ਪਹੁੰਚ ਨਹੀਂ ਸਕਿਆ। ਇਸ ਕਰਕੇ ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਜੀ ਦੋਵੇਂ ਇੱਕ ਰੂਪ ਹਨ। ਸਤਿ ਸ੍ਰੀ ਅਕਾਲ। ਅਕਾਲ ਪੁਰਖ ਜੀ ਔਰ ਗੁਰੂ ਨਾਨਕ ਸਾਹਿਬ ਦੇ ਬਚਨ ਹੋ ਰਹੇ ਨੇ ਤੇ ਮੇਰੇ ਸਾਹਿਬ ਸੋਦਰ ਉਚਾਰ ਰਹੇ ਨੇ। ਉਹ ਕਥਾ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਪਵਿੱਤਰ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅੱਜ ਮਹਾਨ ਭਗਤ, ਮਹਾਨ ਮੁਰੀਦ ਗੁਰੂ ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੀਰ ਬੁੱਧੂ ਸ਼ਾਹ ਜੀ, ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਇਸ ਕਰਕੇ ਸ਼ਹੀਦ ਕਰ ਦਿੱਤਾ ਗਿਆ ਕਿ ਤੁਸੀਂ ਭੰਗਾਣੀ ਦੇ ਜੰਗ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਕੀਤੀ। ਪੀਰ ਜੀ ਦੇ ਸਮੇਤ ਉਹਨਾਂ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਐਸੇ ਮਹਾਨ ਮੁਰੀਦ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪੀਰ ਬੁੱਧੂ ਸ਼ਾਹ ਜੀ ਦੀ ਸ਼ਹਾਦਤ ਨੂੰ ਕੋਟि ਕੋਟि ਪ੍ਰਣਾਮ ਹੈ, ਨਮਸਕਾਰ ਹੈ। ਵਾਹਿਗੁਰੂ 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 ਵਾਹਿਗੁਰੂ